ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ। ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ। ਬਾਣੀਆਂ ਸਿਰ ਬਾਣੀ, ਹਉ ਆਇਆ ਦੂਰੋਂ ਚਲ ਕੇ। ਮੈਂ ਤਕੀ ਤਉ ਸਰਣਾਏ ਜਿਉ, ਮੈਂ ਆਸਾ ਰਖੀ ਚਿਤ ਮੈਂ। ਮੇਰਾ ਸਭ ਦੁਖ ਗਵਾਏ ਜਿਉ। ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ। ਸਦਾ ਸਹਾਈ ਵਾਹਿਗੁਰੂ, ਨਿਮਾਣਿਓ ਕੇ ਮਾਣ ਵਾਹਿਗੁਰੂ, ਨਿਤਾਣਿਓ ਕੇ ਤਾਣ ਵਾਹਿਗੁਰੂ। ਵਾਹਿਗੁਰੂ ਜਪੋ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਬਿਲਾਵਲ ਮਹੱਲਾ ਪੰਜਵਾ। ਜਿਨ ਤੂੰ ਬੰਦ ਕਰ ਛੋੜਿਆ, ਹੁਣ ਸੁਖ ਮਹਿ ਪਾਇਆ। ਸਦਾ ਸਿਮਰ ਚਰਣਾਰ ਬਿੰਦ, ਸੀਤਲ ਹੋ ਤਾਇਆ। ਜਿਨ ਤੂੰ ਬੰਦ ਕਰ ਛੋੜਿਆ, ਫੁਨ ਸੁਖ ਮਹਿ ਪਾਇਆ। ਸਦਾ ਸਿਮਰ ਚਰਣਾਰ ਬਿੰਦ, ਸੀਤਲ ਹੋ ਤਾਇਆ। ਜੀਵਤਿਆਂ ਅਥਵਾ ਮੁਆ ਕਿਛ ਕਾਮ ਨ ਆਵੈ, ਜਿਨੇ ਹੋ ਰਚਨ ਰਚਾਇਆ। ਸੋ ਕਉ ਤਿਸ ਸਿਉ ਰੰਗ ਲਾਵੈ ਰਹਾਉ। ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ, ਕਾਮ ਤੇ ਕਾਢੈ। ਕੀਰੀ ਤੇ ਹਸਤੀ ਕਰੈ, ਟੂਟਾ ਲੇ ਘੜੈ। ਅੰਡਜ ਜੇਰਜ ਸੇਤਜ ਉਤਪਜ, ਪ੍ਰਭ ਕੀ ਇਹ ਕਿਰਤ।
ਕਿਰਤ ਕਮਾਵਨ ਸਰਬ ਫਲ ਰਵੀਐ ਹਰ ਨਿਰਤ। ਹਮ ਤੇ ਕਛੂ ਨ ਹੋਵਨਾ ਸਰਣ ਪ੍ਰਭ ਸਾਧ। ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ। ਹਮ ਤੇ ਕਛੂ ਨ ਹੋਵਨਾ ਸਰਣ ਪ੍ਰਭ ਸਾਧ। ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ। ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਪਰਮ ਸਨਮਾਨ ਸਤਿਕਾਰਯੋਗ ਗੁਰੂ ਨਾਨਕ ਨਾਮ ਲੇਵਾ। ਗੁਰੂ ਕੀ ਸਾਜੀ ਨਿਵਾਜੀ। ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ। ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਦੇ ਹੋ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ, ਸੇਵਾ ਸਿਮਰਨ ਕਰ। ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ ਦਾ ਸਫਲ ਯਤਨ ਕਰਦੇ ਹੋ। ਧੰਨ ਧਨਤਾ ਦੇ ਜੋਗ ਚਾਵਰ ਛਤਰ ਤਖਤ ਦੇ ਮਾਲਿਕ ਸਰਬ ਸਾਂਝੇ ਰਹਿਬਰ ਜਗਤ ਗੁਰੂ ਸ਼ਬਦ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਕੋਟਾਨ ਕੋਟ ਧੰਨਵਾਦ। ਜਿਨ੍ਹਾਂ ਦੀ ਬੇਅੰਤ ਕਿਰਪਾ ਦਾ ਸਦਕਾ ਸਾਨੂੰ ਇਸ ਵਡਮੁੱਲੇ ਸਮੇਂ ਦੀ ਮਹਾਨ ਅਪਾਰ ਬਖਸ਼ਿਸ਼ ਹੋਈ। ਆਓ ਗੁਰੂ ਕੀਆਂ ਬਖਸ਼ਿਸ਼ਾਂ ਰਹਿਮਤਾਂ ਦਾ ਲਈਏ ਲਾਹਾ। ਗੁਰੂ ਚਰਨਾਂ ਵਿੱਚ ਕਰੀਏ ਅਰਦਾਸ ਬੇਨਤੀ। ਕਰੀਏ ਗੁਰ ਸ਼ਬਦ ਵਿਚਾਰ ਦੀ ਆਰੰਭਤਾ। ਦੂਰ ਨੇੜ ਬੈਠੇ ਸਮੂਹ ਗੁਰੂ ਪਿਆਰ ਵਾਲਿਓ, ਪ੍ਰੇਮ ਸਤਿਕਾਰ ਦੇ ਨਾਲ ਗੁਰੂ ਚਰਨਾਂ ਦਾ ਧਿਆਨ ਧਰ ਕੇ ਆਪਣੀ ਮੁਬਾਰਕ ਰਸਨਾ ਪਵਿੱਤਰ ਕਰੋ। ਲਵਾਓ ਹਾਜ਼ਰੀ, ਬਖਸ਼ੋ ਆਸੀਸ। ਗੁਰੂ ਚਰਨਾਂ ਦਾ ਧਿਆਨ ਧਰੋ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਅੰਗ 816 ਅੰਗ 'ਤੇ ਪਾਵਨ ਸ਼ਬਦ ਸੁਭਾਏਮਾਨ ਹਨ। ਗੁਰਬਾਣੀ ਪੜ੍ਹਨ ਸੁਣਨ ਵਿਚਾਰਨ ਵਾਲੇ ਗੁਰਮੁਖ ਜਨ, ਗੁਰਮੁਖ ਪਿਆਰੇ ਪਾਵਨ ਅੰਗ ਨੋਟ ਕਰਿਓ। 816 ਅੰਗ ਪਾਵਨ ਰਾਗ ਬਿਲਾਵਲ ਰਾਗ ਦੇ ਵਿੱਚ ਇਹਨਾਂ ਪਾਵਨ ਸ਼ਬਦਾਂ ਨੂੰ ਉਚਾਰਨ ਕੀਤਾ ਹੈ। ਸ਼ਾਂਤੀ ਦੇ ਸੋਮੇ, ਸ਼ਹੀਦਾਂ ਦੇ ਸਰਤਾਜ, ਗੁਰਬਾਣੀ ਦੇ ਰਚਨਹਾਰ, ਤਤੀਆਂ ਤਵੀਆਂ ਤੇ ਅਡੋਲ ਬੈਠਣ ਵਾਲੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਮੁਖਾਰਬਿੰਦ ਤੋਂ ਇਹਨਾਂ ਮੁਬਾਰਕ ਬਚਨਾਂ ਨੂੰ ਉਚਾਰਨ ਕਰਦੇ ਹਨ। ਆਓ ਸਤਿਗੁਰਾਂ ਦੇ ਪਾਵਨ ਸ਼ਬਦ ਦੀ ਵਿਚਾਰ ਰੋਜ਼ ਦੀ ਮਰਿਆਦਾ ਨੇਮ ਅਨੁਸਾਰ ਕਰਕੇ ਆਪਣੇ ਜੀਵਨ ਵਿੱਚ ਲਾਗੂ ਕਰੀਏ, ਅਮਲੀ ਜਾਮਾ ਪਹਿਨਾਈਏ। ਭਾਵ ਆਪ ਤਰੇ ਕੁਲ ਭੀ ਲਈ ਤਰਾਏ ਵਾਲੀ ਜੁਗਤ ਵਰਤੀਏ।
ਬਿਲਾਵਲ ਮਹੱਲਾ ਪੰਜਵਾ। ਜਿਨ ਤੂੰ ਬੰਦ ਕਰ ਛੋੜਿਆ, ਪੁਨ ਸੁਖ ਮੈਂ ਪਾਇਆ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਨੇ, ਐ ਜੀਵ, ਉਸ ਪਰਮ ਪਿਤਾ ਪਰਮਾਤਮਾ ਨੇ ਪਹਿਲਾਂ ਤੈਨੂੰ ਬੰਨ੍ਹ ਕੇ ਇੱਕ ਜਗ੍ਹਾ 'ਤੇ ਰੱਖਿਆ, ਫਿਰ ਤੈਨੂੰ ਸੰਸਾਰ ਵਿੱਚ ਇਹ ਸੁੱਖਾਂ ਦੇ ਸਾਗਰ ਵਿੱਚ ਉਤਾਰ ਦਿੱਤਾ। ਭਾਵੇਂ ਤੂੰ ਪਰਮਾਤਮਾ ਦੇ ਇਹ 24,024 ਘੰਟੇ ਲੈ ਕੇ ਮੁੱਕਰ ਜਾਂਦਾ, ਪਰਮਾਤਮਾ ਦਾ ਸ਼ੁਕਰ ਨਹੀਂ ਕਰਦਾ, ਉਹਦੇ ਦਰ 'ਤੇ ਨਤਮਸਤਕ ਨਹੀਂ ਹੁੰਦਾ, ਮੱਥਾ ਨਹੀਂ ਟੇਕਦਾ, ਬਾਣੀ ਨਹੀਂ ਪੜ੍ਹਦਾ, ਸ਼ੁਭ ਕਰਮ ਨਹੀਂ ਕਰਦਾ, ਇਹ ਤਾਂ ਤੇਰੀ ਆਪਣੀ ਕਰਮ ਦੀ ਗੱਲ ਹੈ। ਪਰ ਪਰਮਾਤਮਾ ਨੇ ਤੈਨੂੰ ਪਹਿਲਾਂ ਬੰਨ੍ਹ ਰੱਖਿਆ, ਫਿਰ ਸੁੱਖਾਂ ਦੇ ਵਿੱਚ ਉਤਾਰ ਦਿੱਤਾ। ਹੁਣ ਬੰਨ੍ਹਿਆ ਕਿੱਥੇ? ਮਾਂ ਗਰਭ ਦੇ ਵਿੱਚ, ਮਾਂ ਦੇ ਪੇਟ ਵਿੱਚ 9-10 ਮਹੀਨੇ ਉਸ ਪਰਮਾਤਮਾ ਨੇ ਤੇਰੀ ਪਰਵਰਿਸ਼ ਕੀਤੀ, ਤੈਨੂੰ ਬੰਨ੍ਹ ਕੇ ਰੱਖਿਆ। ਭਾਵ ਤੇਰੀ ਸਾਰ ਸੰਭਾਲ ਉੱਥੇ ਕੀਤੀ, ਪੁੱਠਾ ਲਟਕਦਾ ਸੈਂ ਅਤੇ ਪਰਮਾਤਮਾ ਦੇ ਨਾਲ ਲਿਵ ਜੋੜ ਕੇ ਰੱਖੀ। ਤਾਂ ਉਸ ਜਠਰਾ ਅਗਨੀ ਦੇ ਵਿੱਚ ਵੀ ਪਰਮਾਤਮਾ ਨੇ ਤੈਨੂੰ ਸਵਾਸ ਦਿੱਤੇ, ਜਿੱਥੇ ਹਰ ਇੱਕ ਖਾਧੀ ਹੋਈ ਸ਼ੈ, ਖਾਧੇ ਹੋਏ ਰੋੜ ਇਹ ਵੀ ਖਤਮ ਹੋ ਜਾਂਦੇ ਨੇ। ਸੰਗਤ ਜੀ ਮਾਫ਼ ਕਰਿਓ, ਕਹਿਣ ਦੇਣਾ ਉਸ ਥਾਂ 'ਤੇ ਪਰਮਾਤਮਾ ਰੱਖਿਆ ਕਰਦਾ ਹੈ, ਪਰ ਬੰਦਾ ਚਲੋ ਬਚਪਨ ਦੇ ਵਿੱਚ ਤੇ ਆਪਾਂ ਕਹਿ ਲੈਂਦੇ ਹਾਂ ਵੀ ਬਚਪਨਾ ਹੈ, ਪਰ ਸਾਰੀ ਉਮਰ ਬੰਦੇ ਦੀ ਬਚਪਨੇ ਵਿੱਚ ਹੀ ਬੀਤ ਜਾਏ ਤਾਂ ਸਤਿਗੁਰਾਂ ਨੂੰ ਕਹਿਣਾ ਪਿਆ, ਫਿੱਟ ਇਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਚਲੋ ਬਚਪਨ ਦੇ ਵਿੱਚ ਨਹੀਂ ਸਮਝ, ਘੱਟੋ ਘੱਟ ਬੰਦਾ ਜਦੋਂ 15 ਸਾਲਾਂ ਤੋਂ ਉੱਪਰ ਹੋ ਜਾਏ ਉਦੋਂ ਤੇ ਸਾਰੀਆਂ ਚੀਜ਼ਾਂ ਦਾ ਗਿਆਨ ਹੋ ਜਾਂਦਾ, ਦੁਨੀਆਦਾਰੀ ਦੇ ਬਾਬਤ ਪਤਾ ਲੱਗ ਜਾਂਦਾ ਹੈ, ਧਰਮ ਦੇ ਕਰਮ ਦਾ ਵੀ ਪਤਾ ਲੱਗ ਜਾਂਦਾ ਵੀ ਕਿਹੜੇ ਕਰਮਾਂ ਕਰਕੇ ਪਰਮਾਤਮਾ ਰੀਝਦਾ, ਉਹ ਖਸਮ ਖੁਸ਼ ਹੁੰਦਾ ਹੈ। ਅਤੇ ਬਾਕੀ ਮਨੁੱਖ ਅਵੇਸਲਾ ਹੋ ਕੇ ਆਲਸ ਦਾ ਜੁੱਲੜ ਲੈ ਕੇ ਜਾਂ ਅਗਿਆਨਤਾ ਦੇ ਹਨੇਰੇ ਵਿੱਚ ਪਿਆ ਰਹੇ, ਉਹ ਗੱਲ ਵੱਖਰੀ ਹੈ। ਅਤੇ ਸ਼ੁਕਰ ਤੇ ਮਨੁੱਖ ਨੂੰ ਕਰਨਾ ਚਾਹੀਦਾ, ਜਿਨ ਤੂੰ ਬੰਦ ਕਰ ਛੋੜਿਆ, ਜਿਸ ਪਰਮਾਤਮਾ ਨੇ ਤੈਨੂੰ ਉਸ ਥਾਂ 'ਤੇ ਰੱਖ ਲਿਆ, ਉਹ ਤੇਰੀ ਇਸ ਖੁੱਲ੍ਹੇ ਸੰਸਾਰ ਦੇ ਵਿੱਚ ਵੀ ਰੱਖਿਆ ਕਰੇਗਾ। ਉੱਥੇ ਤੇਰੇ ਵਾਸਤੇ ਰਸਤਾ ਰਾਹ ਕੋਈ ਨਹੀਂ, ਇੱਥੇ ਪਰਮਾਤਮਾ ਨੇ ਤੇਰੇ ਵਾਸਤੇ ਬਹੁਤ ਸਾਰੇ ਰਾਸਤੇ ਬਣਾਏ ਨੇ। ਕਿਸੇ ਰਸਤੇ ਵੀ ਚੱਲ, ਤੇਰੇ ਆਪਣੇ ਇਖਤਿਆਰ ਹੈ ਗੱਲ। ਸਤਿਗੁਰੂ ਜੀ ਕਹਿੰਦੇ, ਜਿਨ ਤੂੰ ਬੰਦ ਕਰ ਛੋੜਿਆ, ਫੁਨ ਸੁਖ ਮੈਂ ਪਾਇਆ। ਫਿਰ ਉਸ ਪਰਮਾਤਮਾ ਨੇ ਤੈਨੂੰ ਜਨਮ ਸਮਾਂ ਆਉਣ 'ਤੇ ਦੇ ਦਿੱਤਾ, ਇਹ ਸੁੱਖਾਂ ਦੇ ਸਾਗਰ ਵਿੱਚ ਉਤਾਰ ਦਿੱਤਾ। ਮਾਂ ਬਾਪ ਦਾ ਸੁੱਖ, ਰਿਸ਼ਤੇਦਾਰ ਸਾਕ ਸੰਬੰਧੀਆਂ ਦੇ ਸੁੱਖ, ਫਿਰ ਖੇਡਾਂ ਖੇਡਦਿਆਂ ਸੁੱਖ, ਫਿਰ ਖਾਣ ਪੀਣ ਦੇ ਸੁੱਖ, ਫਿਰ ਵਿਆਹ ਕਾਰਜਾਂ ਦੇ ਸੁੱਖ। ਇਸੇ ਤਰ੍ਹਾਂ ਸੁੱਖਾਂ ਦੇ ਵਿੱਚ ਜੀਵਨ ਨੂੰ ਜਿਉਂਦਾ, ਸੁੱਖ ਦਾਤੇ ਤੋਂ ਦੂਰੀ ਬਣਾ ਲਈ। ਜਿਸ ਦਾਤੇ ਨੇ ਤੈਨੂੰ ਸਾਰੇ ਸੁੱਖ ਦਿੱਤੇ ਨਾ, ਉਸ ਸੁੱਖ ਦਾਤੇ ਨੂੰ ਹੀ ਤੂੰ ਵਿਸਾਰ ਦਿੱਤਾ, ਇੱਕ ਪਾਸੇ ਕਰ ਦਿੱਤਾ। ਸਤਿਗੁਰੂ ਜੀ ਕਹਿੰਦੇ, ਫਿਰ ਐਸਾ ਸੁੱਖ ਦਾਤੇ ਨੂੰ ਵਿਸਾਰਨ ਵਾਲਾ ਮਨੁੱਖ ਆਖਰ ਪਰਮਾਤਮਾ ਤੋਂ ਵਿਛੜ ਕੇ ਦੁਖੀ ਹੀ ਹੁੰਦਾ ਹੈ। ਸੁੱਖਾਂ ਨੂੰ ਉਹ ਸੁਪਨੇ ਵਿੱਚ ਵੀ ਨਹੀਂ ਦੇਖ ਸਕਦਾ। ਕਿਉਂ? ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜਦੋਂ ਬੰਦਾ ਪਰਮੇਸ਼ਰ ਪਰਮਾਤਮਾ ਨੂੰ ਹੀ ਭੁਲਾ ਦੇਵੇ, ਪਰ ਇੱਕ ਗੱਲ ਚੇਤੇ ਰੱਖਿਓ, ਅਸੀਂ ਪਰਮਾਤਮਾ ਨੂੰ ਭੁਲਾ ਦਿੱਤਾ ਗੱਲ ਕੁਛ ਨਹੀਂ, ਪਰਮਾਤਮਾ ਨੇ ਸਾਨੂੰ ਨਹੀਂ ਭੁਲਾਇਆ। ਜਿਸ ਦਿਨ ਪਰਮਾਤਮਾ ਨੇ ਸਾਨੂੰ ਭੁਲਾ ਦਿੱਤਾ, ਉਸ ਦਿਨ ਇਉਂ ਕਹਿ ਲਓ ਵੀ ਕਿਸੇ ਨੇ ਮੰਗੀ ਨੂਣ ਦੀ ਚੁੰਡੀ ਵੀ ਸਾਡੇ ਹੱਥ 'ਤੇ ਨਹੀਂ ਰੱਖਣੀ। ਆਖੋ ਸਤਿਨਾਮ ਸ੍ਰੀ। ਉਹ ਪਰਮਾਤਮਾ ਬੜੀ ਰਹਿਮਤ ਕਰਦਾ, ਕਿਰਪਾ ਕਰਦਾ। ਅਸੀਂ ਕੋਈ ਵੀ ਦਾਣਾ ਬੀਜਦੇ ਹਾਂ, ਉਸ ਦਾਣੇ ਨੂੰ ਅਸੀਂ ਉਗਾ ਨਹੀਂ ਸਕਦੇ, ਬੀਜ ਸਕਦੇ ਹਾਂ। ਉੱਗਣ ਦੀ ਤਾਕਤ ਹੈ ਜਿਹੜੀ ਕੁਦਰਤੀ ਤੌਰ 'ਤੇ ਪਰਮਾਤਮਾ ਬਖਸ਼ਦਾ, ਦਾਣਾ ਉੱਗ ਪੈਂਦਾ ਹੈ। ਫਿਰ ਉਹ ਫਲ ਤੱਕ ਦਾਣੇ ਨੂੰ ਅਸੀਂ ਆਪਣੀ ਮਿਹਨਤ, ਪਾਣੀ, ਖਾਦ ਇਤਿਆਦਿਕ ਦੇ ਕੇ ਲੈ ਕੇ ਜਾਂਦੇ ਹਾਂ, ਪਰ ਉਸ ਦੇ ਉੱਪਰ ਜੋ ਵੀ ਛਿੱਟਾ ਨਿਕਲਦਾ ਉਹਦੇ ਵਿੱਚ ਅਸੀਂ ਦਾਣੇ ਆਪ ਨਹੀਂ ਪਾ ਸਕਦੇ। ਦਾਣੇ ਪਰਮਾਤਮਾ ਪਾਉਂਦਾ, ਥੋੜ੍ਹੇ ਪਾਉਂਦਾ, ਵਾਹਲੇ ਪਾਉਂਦਾ, ਮੋਟੇ ਪਤਲੇ, ਜਿਵੇਂ ਵੀ ਉਹਨੂੰ ਚੰਗਾ ਲੱਗਦਾ ਉਹ ਉਸੇ ਤਰ੍ਹਾਂ ਕਰਦਾ। ਸਾਡੀ ਮਰਜ਼ੀ ਦੇ ਨਾਲ ਫਸਲ ਨਹੀਂ ਹੁੰਦੀ।
ਜੇ ਅਸੀਂ ਕਹੀਏ ਨਾ ਵੀ ਮੈਂ ਫਸਲ ਵਾਹਲੀ ਕੱਢ ਸਕਦਾ, ਬਿਲਕੁਲ ਨਹੀਂ। ਉਸ ਪਰਮਾਤਮਾ 'ਤੇ ਧਰ ਜੀ ਅਰੇ ਇੱਕ ਟੇਕ ਤੂੰ, ਇੱਕ ਪਰਮਾਤਮਾ 'ਤੇ ਟੇਕ, ਉਸ ਦਾ ਸਹਾਰਾ ਰੱਖ। ਲਾਹੇ ਵਿਡਾਨੀ ਆਸ ਹੋਰ ਵਿਡਾਣੀ, ਸਗਲੀਆਂ ਆਸਾਂ ਉਮੀਦਾਂ ਦਾ ਤਿਆਗ ਕਰ ਦੇ। ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ, ਜੇ ਨਾਨਕ ਪ੍ਰਮਾਤਮਾ ਉਸ ਅਕਾਲ ਦਾ ਨਾਮ ਧਿਆਏ ਤੇ ਤੇਰੇ ਸਾਰੇ ਕਾਰਜ ਉਹ ਰਾਸ ਕਰ ਦੇਵੇ। ਇਸ ਕਰਕੇ ਉਸ ਦਾਤੇ ਨੇ ਸਦਾ ਸਿਮਰ ਚਰਣਾ ਰਵਿੰਦ, ਸੀਤਲ ਹੋ ਤਾਇਆ। ਇੱਕ ਦਿਨ ਦੀ ਗੱਲ ਨਹੀਂ ਕੀਤੀ, ਸਦਾ ਭਾਵ ਰੋਜ਼। ਜੇ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਜਵਾਨੋਂ ਨਹੀਂ ਹੁੰਦਾ। ਇਸ ਗੱਲ ਨਾਲ ਮੈਂ ਵੀ ਸਹਿਮਤ ਹਾਂ ਵੀ ਸਾਰਾ ਦਿਨ ਕੋਈ ਵੀ ਮਨੁੱਖ ਵਾਹਿਗੁਰੂ ਵਾਹਿਗੁਰੂ ਨਹੀਂ ਕਰ ਸਕਦਾ। ਘੱਟੋ ਘੱਟ ਸਾਰੇ ਦਿਨ ਦਾ ਭਾਵ ਇਹ ਵੀ ਹੈ ਵੀ ਸਤਿਗੁਰੂ ਜੀ ਕਹਿੰਦੇ ਨੇ ਸਦਾ ਸਿਮਰ ਚਰਣਾ ਰਵਿੰਦ, ਸਦਾ ਸ਼ਾਮ ਸਵੇਰੇ ਘੱਟੋ ਘੱਟ 2 ਵੇਲੇ ਤੇ ਪਰਮਾਤਮਾ ਨੂੰ ਸਿਮਰਿਆ ਕਰ। ਇੱਕ ਮੁਸਲਿਮ ਧਰਮ ਹੈ ਜਿਹਦੇ ਵਿੱਚ 5 ਵੇਲੇ ਨਿਵਾਜ਼, ਕਿੱਡਾ ਵੀ ਉਹਨਾਂ ਦਾ ਕਾਰੋਬਾਰ ਉਲਝਿਆ ਹੋਵੇ, ਕਿੰਨਾ ਹੀ ਉਹਨਾਂ ਕੋਲੇ ਗ੍ਰਾਹਕੀ ਹੋਵੇ, ਭਾਵੇਂ ਸਿਰ ਖੁਰਕਣ ਦੀ ਵੇਲ, ਸਮੇਂ ਸਿਰ ਭੋਜਨ ਛਕਣ ਦਾ ਸਮਾਂ ਨਾ ਹੋਵੇ, ਪਰ ਜਦੋਂ ਉਹਨਾਂ ਦਾ ਨਵਾਜ਼ ਦਾ ਸਮਾਂ ਹੋ ਗਿਆ, ਉਹਨਾਂ ਨੇ ਉਸੇ ਸਮੇਂ ਆਪਣੇ ਧੰਦੇ ਛੱਡ ਦੇਣੇ ਨੇ ਤੇ ਆਪਣੇ ਖੁਦਾ ਦੀ ਯਾਦ ਵਿੱਚ ਲੱਗ ਜਾਣਾ। ਅਤੇ ਸਾਨੂੰ ਤਾਂ ਥੋੜ੍ਹਾ ਜਿਹਾ ਕੰਮ ਹੋ ਜਾਏ ਤੇ ਅਸੀਂ ਗੁਰੂ ਘਰ ਆਉਣਾ ਛੱਡ ਦਿੰਦੇ ਹਾਂ, ਨਿਤਨੇਮ ਛੱਡ ਦਿੰਦੇ ਹਾਂ ਵੀ ਅੱਜ ਤੇ ਹੋਇਆ ਨਹੀਂ, ਕੰਮ ਜ਼ਰੂਰੀ ਹੋ ਗਿਆ। ਸੰਗਤ ਜੀ, ਗੱਲ ਇਹ ਨਹੀਂ ਵੀ ਅਸੀਂ ਪਰਮਾਤਮਾ ਨੂੰ ਜੇ ਕਿਤੇ ਦਿਖਾਵਾ ਕਰਕੇ ਸਿਮਰਾਂਗੇ ਤਾਂ ਹੀ, ਦਿਖਾਵਾ ਕਰਨ ਦੀ ਲੋੜ ਨਹੀਂ। ਤਾਂ ਹੀ ਸਤਿਗੁਰਾਂ ਨੇ ਕਿਹਾ ਅੰਤਰ ਗੁਰ ਆਰਾਧਨਾ, ਅੰਤਰ ਭਾਵ ਕਿਸੇ ਨੂੰ ਨਾ ਵੀ ਪਤਾ ਲੱਗੇ ਤੂੰ ਕੀ ਕਰ ਰਿਹਾ ਹੈ। ਅੰਤਰ ਆਤਮੇ ਵਾਹਿਗੁਰੂ ਵਾਹਿਗੁਰੂ ਕਰ ਭੋਜਨ ਛਕਦਾ, ਵਾਹਿਗੁਰੂ ਵਾਹਿਗੁਰੂ ਕਰਦਿਆਂ ਭੋਜਨ ਛਕ। ਲਗਾਤਾਰ ਇਸ ਤਰ੍ਹਾਂ ਤੂੰ ਕਈ ਦਿਨ ਕਰਕੇ ਵੇਖ, ਤੈਨੂੰ ਪਤਾ ਲੱਗੇਗਾ ਭੋਜਨ ਛਕਣ ਦਾ ਕਿੰਨਾ ਸੁੱਖ ਤੇ ਕਿੰਨਾ ਆਨੰਦ ਹੈ। ਕਿੰਨੇ ਤੇਰੇ ਅੰਦਰ ਦੇ ਰੋਗ ਨੇ ਜਿਹੜੇ ਉਹ ਨਸ਼ਟ ਹੋ ਰਹੇ ਨੇ, ਕਿੰਨੇ ਤੇਰੇ ਅੰਦਰੋਂ ਵਿਕਾਰ ਬਾਹਰ ਆ ਰਹੇ ਨੇ। ਪਰ ਕਈ ਵਾਰ ਵੇਖਣ ਨੂੰ ਮਿਲਦਾ ਉੱਧਰੋਂ ਤੋਂ ਬੰਦੇ ਨੇ ਥਾਲੀ ਵਿੱਚ ਭੋਜਨ ਪਾਇਆ ਹੁੰਦਾ ਅਤੇ ਉੱਧਰੋਂ ਨਿਆਣਿਆਂ ਨੂੰ ਬੁਰਾ ਭਲਾ ਬੋਲ ਰਿਹਾ ਹੁੰਦਾ। ਉੱਧਰੋਂ ਗੁਰੂ ਘਰ ਬੰਦਾ ਘਰੇ ਜਾਂਦਾ, ਜਾਂਦਿਆਂ ਸਾਰ ਘਰੇ ਨੋਹਾਂ ਧੀਆਂ ਪੁੱਤਰਾਂ ਨੂੰ, ਪਸ਼ੂਆਂ ਡੰਗਰਾਂ ਨੂੰ, ਭਾਵ ਜੋ ਵੀ ਮੂਹਰੇ ਆਉਂਦਾ ਉਹਨੂੰ ਬੁਰਾ ਭਲਾ ਬੋਲਦੇ ਤੁਰੇ ਜਾਣਾ। ਇਸ ਤਰ੍ਹਾਂ ਗੁਰੂ ਘਰ ਆਉਣ ਦਾ ਵੀ ਕੋਈ ਲਾਭ ਕੋਈ ਫਲ ਨਹੀਂ। ਜੇ ਫਲ ਲਾਭ ਪ੍ਰਾਪਤ ਕਰਨਾ ਤਾਂ ਅੰਦਰ ਦੇ ਸ਼ੈਤਾਨ ਨੂੰ ਮਾਰਨਾ ਪਏਗਾ। ਕਲਯੁਗ ਦਾ ਸਮਾਂ ਕਹਿ ਦੇਣਾ ਸੌਖਾ ਵੀ ਕਲਯੁਗ ਦਾ ਸਮਾਂ ਜੀ ਕਿਸੇ ਦੇ ਵੱਸ ਦੀ ਗੱਲ ਨਹੀਂ ਰਹੀ। ਪਰ ਗੁਰੂ ਸਾਹਿਬ ਕਹਿੰਦੇ ਉਹਨਾਂ ਘਰਾਂ ਵਿੱਚ ਅੱਜ ਵੀ ਸਤਿਯੁਗ, ਉਹਨਾਂ ਸਰੀਰਾਂ ਵਿੱਚ ਅੱਜ ਵੀ ਸਤਿਯੁਗ ਵਰਤਦਾ ਹੈ ਜਿਨ੍ਹਾਂ ਦੇ ਅੰਦਰ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਸੰਤੋਖ ਹੈ, ਸਬਰ ਹੈ, ਜਿਨ੍ਹਾਂ ਦੇ ਘਰ ਵਿੱਚ ਸ਼ਾਂਤੀ ਹੈ, ਗਿਆਨ ਹੈ, ਅਗਿਆਨਤਾ ਨਹੀਂ, ਜਿਨ੍ਹਾਂ ਦੇ ਘਰ ਵਿੱਚ ਏਕਤਾ ਥਵਾਕ ਹੈ, ਉੱਥੇ ਅੱਜ ਵੀ ਸਤਿਯੁਗ ਹੈ। ਜਿੱਥੇ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ, ਉਸ ਪ੍ਰਮਾਤਮਾ ਨੂੰ ਸਿਮਰਿਆ ਜਾਂਦਾ, ਦੋਨੋਂ ਵੇਲੇ ਸੰਧਿਆ ਵੇਲੇ ਰਹਿਰਾਸ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਹੈ, ਸੁਣੀ ਜਾਂਦੀ ਹੈ। ਅੰਮ੍ਰਿਤ ਵੇਲੇ ਨੇਮ ਕੀਤਾ ਜਾਂਦਾ, ਬਾਣੀ ਨਿਤਨੇਮ ਪੜ੍ਹਿਆ ਜਾਂਦਾ ਜਾਂ ਸੁਣਿਆ ਜਾਂਦਾ, ਜਾਂ ਫਿਰ ਨਹੀਂ ਕੁਛ ਹੋ ਸਕਦਾ ਤੇ ਵਾਹਿਗੁਰੂ 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 ਦਾ ਜਾਪ ਤੇ ਕੀਤਾ ਜਾਂਦਾ। ਉਹ ਥਾਵਾਂ 'ਤੇ ਅੱਜ ਵੀ ਸਤਿਯੁਗ ਹੈ। ਸਤਿਗੁਰੂ ਜੀ ਕਹਿੰਦੇ ਇੰਨੀ ਸਦਾ ਸਿਮਰਨ ਦੇ ਨਾਲ ਇੰਨਾ ਪ੍ਰਭਾਵ ਬਣਦਾ ਹੈ। ਇਹ ਕਾਲਾਪਨ ਹੈ ਜਿਹੜਾ ਕਲਯੁਗੀ ਸਮਾਂ, ਮਨ ਦੀ ਘਬਰਾਹਟ ਹੈ, ਮਨ ਦਾ ਕਾਲਾਪਨ ਹੈ, ਸੀਤਲ ਹੋ ਤਾਇਆ। ਅੰਦਰ ਦੀ ਅਗਨੀ ਨੂੰ ਵਾਹਿਗੁਰੂ ਨਾਮ ਜਹਾਜ਼ ਹੈ ਜਪਣ ਦੇ ਨਾਲ ਸਤਿਗੁਰੂ ਜੀ ਕਹਿੰਦੇ ਸੀਤਲਤਾ ਮਿਲਦੀ ਹੈ, ਅੰਦਰ ਠੰਡਕ ਪੈਦਾ ਹੁੰਦੀ ਹੈ, ਅੰਦਰੋਂ ਘਬਰਾਹਟ ਮਿਟਦੀ ਹੈ। ਅੰਦਰ ਦਾ ਸ਼ੈਤਾਨ ਹੈ ਜਿਹੜਾ, ਉਹਦੀ ਹੌਲੀ ਹੌਲੀ ਮੌਤ ਹੋ ਜਾਂਦੀ ਹੈ। ਕਿਉਂ? ਨਾਮ ਰੂਪੀ ਦਵਾਈ ਹੈ ਜਿਹੜੀ ਉਹਦੇ ਵਾਸਤੇ ਜ਼ਹਿਰ ਦਾ ਕੰਮ ਕਰਦੀ ਹੈ। ਧਿਆਨ ਦਿਓ, ਗੱਲ ਨੂੰ ਸਮਝਿਓ। ਜਿਹੜਾ ਮਨੁੱਖ ਦੇ ਅੰਦਰ ਸ਼ੈਤਾਨ ਬੈਠਿਆ, ਬੁਰੇ ਕੰਮ ਕਰਾ ਰਿਹਾ, ਬੁਰੀ ਸੋਚ ਹੈ, ਉਸ ਵਾਸਤੇ ਜਿਹੜਾ ਉਸ ਨੂੰ ਮਾਰਨ ਵਾਸਤੇ ਇੱਕ ਦਵਾਈ ਹੈ, ਉਹਦੇ ਵਾਸਤੇ ਜ਼ਹਿਰ ਹੈ ਅਤੇ ਸਾਡੇ ਵਾਸਤੇ ਅੰਮ੍ਰਿਤ ਹੈ, ਆਤਮਾ ਵਾਸਤੇ ਉਹ ਹੈ ਵਾਹਿਗੁਰੂ ਸ਼ਬਦ।
ਉਹ ਹੈ ਮੂਲ ਮੰਤਰ, ਉਹ ਹੈ ਜਪਜੀ ਸਾਹਿਬ ਦੀ ਬਾਣੀ, ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਜਿਹਨੂੰ ਪੜ੍ਹ ਕੇ ਅੰਦਰ ਦੇ ਸ਼ੈਤਾਨ ਨੂੰ ਮਾਰਿਆ ਜਾ ਸਕਦਾ ਹੈ, ਜਿਹਨੂੰ ਪੜ੍ਹ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ, ਜਿਹਨੂੰ ਪੜ੍ਹ ਕੇ ਮਨ ਨੂੰ ਟਿਕਾ ਮਿਲਦਾ ਹੈ। ਅਤੇ ਅੱਜ ਹਰ ਇੱਕ ਬੰਦਾ ਇਹੋ ਤੋਂ ਚਾਹੁੰਦਾ ਵੀ ਮਨ ਨੂੰ ਸ਼ਾਂਤੀ ਮਿਲੇ, ਟਿਕਾ ਮਿਲੇ, ਵਹਿਮ ਭਰਮ ਦੇ ਵਿੱਚੋਂ ਨਿਕਲ ਕੇ ਅਤੇ ਆਪਣੇ ਜੀਵਨ ਨੂੰ ਗੁਰੂ ਲੇਖੇ ਲਾਇਆ ਜਾਏ। ਤਾਂ ਸਤਿਗੁਰੂ ਜੀ ਕਹਿੰਦੇ ਫਿਰ ਸਦਾ ਸਿਮਰ, ਸਦਾ ਸਿਮਰ। ਬਹੁਤ ਵਾਰ ਗੁਰਬਾਣੀ ਦੇ ਵਿੱਚ ਸ਼ਬਦ ਆਇਆ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰੈ ਨਾਮ ਜਪਾਵੋ। ਸੁਖਮਨੀ ਸਾਹਿਬ ਦੇ ਵਿੱਚ ਬਹੁਤ ਥਾਂ 'ਤੇ ਉਸ ਪਰਮਾਤਮਾ ਦੇ ਸਿਮਰਨ ਦੀ ਗੱਲ ਹੋਈ। ਅਤੇ ਆਮ ਜਿੰਨੀ ਵੀ ਬਾਣੀ ਪੜ੍ਹਦੇ ਆ, ਜਿੰਨੀ ਨਾਮ ਧਿਆਇਆ ਗਏ ਮਸਾਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸਤਿਗੁਰੂ ਜੀ ਕਹਿੰਦੇ ਜਿਹੜੇ ਬੰਦੇ ਸਦਾ ਸਿਮਰ ਭਾਵ ਦੋਨੋਂ ਵਕਤ ਪ੍ਰਮਾਤਮਾ ਦਾ ਧਿਆਨ ਧਰਦੇ ਹੈ, ਉਹ ਤੇ ਫਿਰ ਭਾਈ ਜਗਤ ਦੇ ਵਿੱਚ ਜਿੱਤ ਪ੍ਰਾਪਤ ਕਰ ਲੈਂਦੇ ਹੈ। ਮਨ ਜੀਤੈ ਜਗ ਜੀਤ, ਉਹਨਾਂ ਦਾ ਆਵਾ ਗਵਣ ਮਿਟ ਜਾਂਦਾ ਹੈ। ਜੀਵਤਿਆਂ ਅਥਵਾ ਮੂਇਆ ਕਿਛ ਕਾਮ ਨ ਆਵੈ। ਸਤਿਗੁਰੂ ਜੀ ਸਮਝਾਉਂਦੇ ਹਨ, ਕਹਿੰਦੇ ਜੀਵਤਿਆਂ ਜਿਉਂਦਿਆਂ ਇਸ ਲੋਕ ਵਿੱਚ, ਮੂਇਆ ਭਾਵ ਪਰਲੋਕ ਵਿੱਚ ਕੰਮ। ਇਹ ਭਾਈ ਜਿਹੜੀ ਮਾਇਆ ਸੰਸਾਰਿਕ ਪਦਾਰਥਾਂ ਦੇ ਪਿੱਛੇ ਦੌੜਿਆ ਫਿਰਦਾ ਨਾ, ਭੱਜਿਆ ਫਿਰਦਾ, ਨਾਮ ਤੋਂ ਹੀਣਾ ਹੋ ਰਿਹਾ, ਪਰਮਾਤਮਾ ਦੇ ਨਾਮ ਨੂੰ ਛੱਡ ਦਿੱਤਾ। ਹੁਣ ਇੱਥੇ ਗੱਲ ਨੂੰ ਫਿਰ ਸਮਝਿਓ। ਕਈ ਵਾਰ ਨਾ ਬਾਹਰ ਸਵਾਲ ਹੋ ਜਾਂਦਾ ਹੈ ਵੀ ਇੱਕ ਪਾਸੇ ਤੇ ਮਾਇਆ ਦੀ ਵਿਰੋਧਤਾ ਕਰ ਰਹੇ ਹੋ, ਦੂਸਰੇ ਪਾਸੇ ਝੋਲਾ ਚੱਕ ਰੱਖਿਆ ਵੀ ਸਾਨੂੰ ਮਾਇਆ ਦੀ ਲੋੜ ਹੈ, ਮਾਇਆ ਤੋਂ ਬਿਨਾਂ ਗੁਜ਼ਾਰਾ ਨਹੀਂ। ਪਰ ਗੁਰੂ ਸਾਹਿਬ ਜੋ ਸਮਝਾਉਂਦੇ ਨੇ, ਧਰਮ ਸਮਝਾਉਂਦਾ ਹੈ, ਇਹ ਨਹੀਂ ਵੀ ਅਸੀਂ ਤਿਆਗੀ ਹੋ ਜਾਣਾ। ਤਿਆਗੀ ਹੋਣ ਤੋਂ ਤੇ ਸਾਨੂੰ ਰੋਕਿਆ ਵੀ ਤਿਆਗ ਕਿਸੇ ਚੀਜ਼ ਦਾ ਵੀ ਨਹੀਂ ਕਰਨਾ। ਤਿਆਗ ਕਰਨਾ ਬੁਰਾਈਆਂ ਦਾ, ਤਿਆਗ ਕਰਨਾ ਚਤਰਾਈਆਂ ਚਲਾਕੀਆਂ ਦਾ, ਤਿਆਗ ਕਰਨਾ ਕਿਸੇ ਨੂੰ ਸਾਡੇ ਤੋਂ ਦੁੱਖ ਨਾ ਮਿਲਣਾ, ਤਿਆਗ ਕਰਨਾ ਇਹਨਾਂ ਅੱਖਾਂ ਦੇ ਨਾਲ ਕਿਸੇ ਕਿਸੇ ਦਾ ਮਾੜਾ ਨਾ ਤੱਕਣਾ, ਕਿਸੇ ਦੀ ਧੀ ਭੈਣ ਬਾਬਤ ਮਾੜੀ ਨਿਗਾਹ ਦੇ ਨਾਲ ਨਾ ਵੇਖਣਾ, ਇਹ ਤਿਆਗ ਕਰਨਾ ਹੈ। ਜ਼ੁਬਾਨ ਦੇ ਨਾਲ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ, ਮਾੜੇ ਬੋਲ ਨਹੀਂ ਬੋਲਣੇ, ਇਹ ਤਿਆਗ ਕਰਨਾ ਹੈ। ਕੰਨਾਂ ਦੇ ਨਾਲ ਮਾੜੇ ਬੋਲ ਨਹੀਂ ਸੁਣਨੇ, ਕਿਸੇ ਦੀ ਨਿੰਦਿਆ ਚੁਗਲੀ ਨਹੀਂ ਸੁਣਨੀ, ਇਹ ਤਿਆਗ ਕਰਨਾ ਹੈ। ਪਰ ਸਤਿਗੁਰੂ ਜੀ ਕਹਿੰਦੇ ਧਨ ਦਾ ਤਿਆਗ ਨਹੀਂ ਕਰਨਾ, ਧਨ ਤੋਂ ਬਿਨਾਂ ਗੁਜ਼ਾਰਾ ਨਹੀਂ। ਜੇਕਰ ਤੂੰ ਇਕੱਲੇ ਧਨ ਦੇ ਨਾਲ ਜੁੜ ਗਿਆ, ਪਰਮਾਤਮਾ ਤੋਂ ਵਿਸਰ ਗਿਆ, ਫੇਰ ਉਹ ਧਨ ਤੇਰੇ ਵਾਸਤੇ ਜ਼ਹਿਰ ਹੈ। ਉਹ ਧਨ, ਜਿਹੜੇ ਧਨ ਦੇ ਨਾਲ ਤੂੰ ਪ੍ਰੀਤ ਬਣਾ ਲਈ, ਪਰਮਾਤਮਾ ਨੂੰ ਭੁਲਾ ਦਿੱਤਾ, ਉਹ ਕਿਸੇ ਵੀ ਕੰਮ ਨਾ ਆਇਆ। ਉਹਨੇ ਨਾ ਤੈਨੂੰ ਪਰਮਾਤਮਾ ਦੇ ਚਰਨਾਂ ਵਿੱਚ ਜੋੜਨ ਦਿੱਤਾ ਅਤੇ ਨਾ ਉਹ ਧਨ ਤੇਰੇ ਕੰਮ ਆਇਆ। ਕਿਉਂ? ਸੰਸਾਰ 'ਤੇ ਜਿਉਂਦਿਆਂ ਜੀਓ ਧਨ ਦਾ ਮਾਲਕ ਹੈ, ਪਰ ਜਦੋਂ ਸੰਸਾਰ ਤੋਂ ਜਾਏਗਾ, ਧਨ ਵੰਡਣ ਵਾਲਿਆਂ ਨੇ ਧਨ ਜਿਉਂਦੇ ਜੀ ਵੰਡ ਲੈਣਾ ਹੈ। ਜਦੋਂ ਘੋਰੜੂ ਜਾ ਬੋਲਣ ਲੱਗ ਜਾਂਦਾ ਨਾ, ਉਦੋਂ ਹੀ ਹੱਥਾਂ 'ਚੋਂ ਲਾਉਣਾ ਸ਼ੁਰੂ ਕਰ ਦਿੰਦੇ ਨੇ ਵੀ ਕਿਤੇ ਦੂਜਾ ਨਾ ਲਾ ਕੇ ਲੈ ਜਾਵੇ। ਪਹਿਲੀਆਂ 'ਚ ਹੀ ਮੇਰੇ ਵਰਗੇ ਕਹਿਣ ਲੱਗ ਜਾਂਦੇ ਆ, ਭਾਈ ਆ ਤਾਂ ਸੰਭਾਲ ਲਓ ਲਾ ਕੇ। ਭਾਵ ਸੰਗਤ ਜੀ ਕਹਿਣ ਤੋਂ ਇਹ ਹੈ ਵੀ ਮਾਇਆ ਦੇ ਨਾਲ ਗੁਜਰਾਨ ਹੁੰਦਾ ਹੈ। ਮਾਇਆ ਹਰ ਇੱਕ ਪ੍ਰਾਣੀ ਨੂੰ ਚਾਹੀਦੀ ਹੈ, ਪਰ ਮਾਇਆ ਦੇ ਨਾਲ ਮੋਹ ਬਣਾ ਲੈਣਾ ਕੇਵਲ ਪੈਸੇ ਖਾਤਰ, ਮਾਇਆ ਖਾਤਰ, ਪਦਾਰਥਾਂ ਖਾਤਰ ਜਿਉਣਾ, ਗੁਰੂ ਸਾਹਿਬ ਕਹਿੰਦੇ ਇਹ ਗਲਤ ਹੈ। ਗੁਰੂ ਸਾਹਿਬ ਦੇ ਦਰ 'ਤੇ ਖੁਦ ਮੋਹਰਾਂ ਚੜ੍ਹਦੀਆਂ, ਚੰਗੇ ਚੰਗੇ ਚੜ੍ਹਾਵੇ ਚੜ੍ਹਦੇ, ਪਰ ਗੁਰੂ ਸਾਹਿਬ ਉਹਨਾਂ ਚੜ੍ਹਾਵਿਆਂ ਨੂੰ ਸੰਗਤ ਦੇ ਵਿੱਚ ਵੰਡਦੇ, ਸੰਗਤ ਦੇ ਖਾਤਰ, ਲੋੜਵੰਦਾਂ ਖਾਤਰ ਵਰਤਦੇ। ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦੇ ਦਰਵਾਜ਼ੇ 'ਤੇ ਮਾਇਆ ਕਹਿੰਦੇ 24 ਘੰਟੇ ਖੜੀ ਰਹਿੰਦੀ ਸੀ, ਪਰ ਗੁਰੂ ਸਾਹਿਬ ਨੇ ਅੰਗੀਕਾਰ ਨਹੀਂ ਕੀਤੀ। ਗੁਰੂ ਸਾਹਿਬ ਦਾ ਇਹ ਸਿਧਾਂਤ ਸੀ, ਭੋਜਨ ਪ੍ਰਸ਼ਾਦਾ ਜੋ ਸ਼ਾਮ ਨੂੰ ਵਰਤ ਜਾਂਦਾ ਅਤੇ ਬਚ ਜਾਂਦਾ, ਬਚੇ ਹੋਏ ਭੋਜਨ ਪ੍ਰਸ਼ਾਦੇ ਨੂੰ ਵੀ ਬਿਆਸ ਦਰਿਆ ਦੇ ਵਿੱਚ ਪਵਾ ਕੇ ਭਾਂਡੇ ਮੂਧੇ ਮਰਵਾ ਦਿੰਦੇ ਸੀ। ਇਹ ਨਹੀਂ ਸੀ ਆਸ ਰੱਖਦੇ ਵੀ ਸਵੇਰੇ ਫਿਰ ਵਰਤਾ ਦਿਆਂਗੇ, ਸਵੇਰੇ ਪਰਮਾਤਮਾ ਆਪੇ ਭਲੀ ਕਰੇਗਾ, ਹੋਰ ਕਿਤੋਂ ਆ ਜਾਏਗਾ, ਬਣ ਜਾਏਗਾ।
ਚੌਥੇ ਪਾਤਸ਼ਾਹ ਨੇ ਮਾਇਆ ਨੂੰ ਜਗ੍ਹਾ ਦਿੱਤੀ, ਤੇਰੇ ਬਿਨਾ ਕੰਮ ਨਹੀਂ ਚੱਲ ਸਕਦਾ। ਸਰੋਵਰ ਸਾਹਿਬ ਦੀ ਸੇਵਾ ਹੋਈ, ਦਰਬਾਰ ਸਾਹਿਬ ਦੀ ਸੇਵਾ ਹੋਈ, ਉੱਥੇ ਮਜ਼ਦੂਰਾਂ ਨੂੰ ਵੀ ਮਾਇਆ ਦੀ ਲੋੜ ਪੈਂਦੀ, ਹੋਰ ਕਾਰਜਕਾਲ, ਇੱਟ ਵੱਟਾ, ਹੋਰ ਚੂਨਾ ਵਗੈਰਾ ਸਾਰੇ ਸਾਧਨ ਮਾਇਆ ਦੇ ਨਾਲ ਹੀ ਕੀਤੇ ਜਾਂਦੇ ਆ। ਹੁਣ ਇਸ ਗੱਲ ਜੀ ਨੂੰ ਆਪ ਜੀ ਭਲੀ ਭਾਂਤ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ, ਪਰ ਗੱਲ ਇਹ ਹੈ ਵੀ ਇਕੱਲੀ ਮਾਇਆ ਦੇ ਪਿੱਛੇ ਲੱਗੇ ਰਹਿਣਾ, ਪਰਮਾਤਮਾ ਨੂੰ ਭੁਲਾ ਦੇਣਾ, ਉਹਦਾ ਨਾਮ ਨਾ ਜਪਣਾ, ਸਿਮਰਨ ਭਜਨ ਬੰਦਗੀ ਨਾ ਕਰਨੀ, ਅੰਮ੍ਰਿਤ ਵੇਲੇ ਨਾ ਜਾਗਣਾ, ਕੇਵਲ ਧਨ ਦੇ ਹੰਕਾਰ ਵਿੱਚ ਹੀ ਰਹਿਣਾ ਵੀ ਮੈਂ ਧਨਾੜ, ਮੇਰੇ ਵਰਗਾ ਕੋਈ ਨਹੀਂ। ਸੰਗਤ ਜੀ, ਇੱਥੇ ਦੁਨੀਆ 'ਤੇ ਕੋਈ ਅੰਤ ਨਹੀਂ, ਕਿਸੇ ਦੀ ਪਰਖ ਵੀ ਨਹੀਂ ਕਰ ਸਕਦੇ। ਇਹ ਕਿੰਨੇ ਕੁ ਕਰੋੜਾਂ ਦਾ ਮਾਲਕ ਹੈ। ਅਤੇ ਅੰਮ੍ਰਿਤਸਰ ਦਰਬਾਰ ਸਾਹਿਬ ਜਾਂਦੇ ਆ ਨਾ, ਅਤੇ ਸਾਨੂੰ ਉੱਥੇ ਨੌਹਾਂ ਦੇ ਨਾਲ, ਅੰਗੂਠਿਆਂ ਦੇ ਨਾਲ ਸੰਗਤ ਦੀ ਜੂਠ ਸਾਫ਼ ਕਰਦੇ ਨਜ਼ਰ ਆਉਣਗੇ। ਅਤੇ ਜੇ ਉਹਨਾਂ ਦੇ ਜੀਵਨ ਬਾਰੇ ਪਤਾ ਕਰੀਏ ਤਾਂ ਕਰੋੜਾਂ ਦੇ ਮਾਲਕ ਨੇ, ਚੰਗੇ ਟਰਾਂਸਪੋਰਟਰ ਨੇ, ਜੋ ਉੱਥੇ ਆਪਣੇ ਜੋੜੇ ਝਾੜਦੇ ਨੇ ਬਿਨਾਂ ਭੇਦ ਭਾਵ ਤੋਂ, ਆਪਣੇ ਮੱਥੇ ਦੇ ਨਾਲ ਲਾਉਂਦੇ ਨੇ, ਕਿੰਨਾ ਪ੍ਰੇਮ ਕਰਦੇ ਨੇ। ਪਰ ਗੱਲ ਇਹ ਹੈ ਵੀ ਪ੍ਰੇਮ ਅਤੇ ਸੇਵਾ ਬੰਦੇ ਨੂੰ ਤਾਰ ਦਿੰਦੀ ਹੈ। ਅਤੇ ਜੇ ਗੁਰੂ ਕੀ ਸੇਵਾ ਕਰੀਏ ਤਾਂ ਮੁੱਕਦੀ ਨਹੀਂ, ਅਤੇ ਜੇ ਨਾ ਕਰੀਏ ਤਾਂ ਰੁਕਦੀ ਨਹੀਂ। ਕਈ ਵਾਰ ਮੇਰੇ ਵਰਗੇ ਨੂੰ ਮਾਣ ਹੋ ਜਾਂਦਾ ਵੀ ਜੇ ਮੈਂ ਕਰਦਾ ਤਾਂ ਹੀ ਹੁੰਦੀ ਹੈ, ਜੇ ਮੈਂ ਨਾ ਕਰਾਂ ਸ਼ਾਇਦ ਇਹ ਹੋਣੀ ਨਹੀਂ। ਇਹ ਗੁਰੂ ਦੀ ਸੇਵਾ ਹੈ। ਗੁਰੂ ਨਾਨਕ ਦਾ ਥੜਾ, ਇੱਕ ਗਿਆ ਅਤੇ ਦੂਜਾ ਖੜਾ, ਇੱਥੇ ਆਉਂਦੇ ਜਾਂਦੇ ਰਹਿੰਦੇ ਨੇ। ਇਸੇ ਕਰਕੇ ਤੇ ਗੁਰੂ ਦਾ ਦਰ ਕਿਹਾ ਹੈ, ਜਿਹ ਦਰ ਆਵਤ ਜਾਤਿਓ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਜਿਹੜੇ ਦਰ 'ਤੇ ਸਭ ਨੂੰ ਸਤਿਕਾਰ ਮਿਲਦਾ ਹੈ, ਜਿਹੜੇ ਦਰ 'ਤੇ ਸਭ ਨੂੰ ਸਚਿਆਰ ਹੋਣ ਦਾ ਉਪਦੇਸ਼ ਦਿੱਤਾ ਜਾਂਦਾ ਹੈ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਗੁਰੂ ਸਾਹਿਬ ਕਿਰਪਾ ਕਰਨ, ਕਹਿੰਦੇ ਜਿਨ ਇਹੋ ਰਚਨ ਰਚਾਇਆ, ਜਿਨ ਇਹੋ ਰਚਨ ਰਚਾਇਆ, ਕੋ ਤਿਸਿਉ ਰੰਗ ਨ ਲਾਵੈ। ਰੰਗ ਦਾ ਅਰਥ ਹੈ ਜੀ ਪ੍ਰੇਮ। ਸਤਿਗੁਰੂ ਜੀ ਕਹਿੰਦੇ ਜਿਸ ਪਰਮਾਤਮਾ ਨੇ ਸਾਰਾ ਜਗਤ ਪੈਦਾ ਕੀਤਾ, ਉਸ ਨਾਲ ਕੋਈ ਬਿਰਲਾ ਮਨੁੱਖ ਪਿਆਰ ਬਣਾਉਂਦਾ ਹੈ, ਕੋਈ ਬਿਰਲਾ ਹੀ ਉਹਦੇ ਨਾਲ ਨਿਭਦਾ ਹੈ। ਜਿਹਨੇ ਸੰਸਾਰ ਬਣਾਇਆ, ਪੈਦਾ ਕੀਤਾ, ਉਹ ਬਣਾਉਣ ਵਾਲਾ ਕੇਵਲ ਇੱਕ ਹੈ, ਜਿਹਨੂੰ ਰੋਜ਼ ਜਪਦੇ ਆ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ। ਕਰਨ ਵਾਲਾ ਉਹ ਆਪ ਹੈ, ਉਹਦਾ ਨਾਮ ਸੱਚਾ ਹੈ। ਨਿਰਭਉ, ਉਹਦਾ ਕਿਸੇ ਤੋਂ ਕੋਈ ਉਹਨੂੰ ਡਰ ਨਹੀਂ, ਉਹ ਨਿਰਭਉ ਹੈ। ਨਿਰਵੈਰ, ਉਹਨੂੰ ਕਿਸੇ ਦਾ ਕੋਈ ਡਰ ਨਹੀਂ, ਕਿਸੇ ਦੇ ਨਾਲ ਉਹ ਵੈਰ ਨਹੀਂ ਰੱਖਦਾ। ਕੋਈ ਮਾੜੇ ਕੰਮ ਕਰਦਾ, ਉਹਦੇ ਨਾਲ ਵੀ ਉਹਦਾ ਵੈਰ ਨਹੀਂ। ਉਹ ਤੇ ਮਾੜੇ ਕਰਮ ਕਰਨ ਵਾਲੇ ਕਸਾਈ ਨੂੰ ਵੀ ਰੋਟੀ ਦੇ ਰਿਹਾ ਹੈ। ਜਿਹੜਾ ਰੋਜ਼ ਬੇਅੰਤ ਜੀਵਾਂ ਨੂੰ ਵੱਢ ਦਿੰਦਾ, ਉਹਨੂੰ ਵੀ ਰੋਟੀ ਦੇ ਰਿਹਾ ਹੈ। ਪਰ ਉਹਨੇ ਉਸ ਦੇ ਆਪਣੇ ਹੱਥ ਰੱਖ ਦਿੱਤੀ, ਜਿਹੇ ਕਰਮ ਕਮਾਏ ਤਿਹਾ ਹੋਏ ਸੀ। ਜਿਹੋ ਜਿਹੇ ਕਰਮ ਕਮਾਏਗਾ ਉਹੋ ਜਿਹਾ ਭੋਗੇਗਾ। ਹੁਣ ਚੰਗੇ ਕਰ ਮਾੜੇ ਕਰ, ਇਹ ਤੇਰੇ ਹੱਥ ਹੈ। ਇਹਨਾਂ ਹੱਥਾਂ ਦੇ ਨਾਲ ਪਾਪ ਕਰ, ਸੇਵਾ ਕਰ, ਪੁੰਨ ਕਰ, ਅਤੇ ਚਾਹੇ ਇਹਨਾਂ ਹੱਥਾਂ ਦੇ ਨਾਲ ਲੁੱਟਣਾ ਸ਼ੁਰੂ ਕਰ। ਜਿਵੇਂ ਸੰਤ ਮਹਾਤਮਾ ਧਾਰਨਾ ਪੜ੍ਹਦੇ ਆ ਨਾ, ਜੈਸਾ ਬੀਜੇਗਾ ਵੱਡੇਗਾ ਵਨਾ ਮੇਰਿਆ, ਫਲ ਤੇਰੇ ਕਰਮਾਂ ਦਾ ਜੈਸਾ ਬੀਜੇਗਾ। ਜਿਹੋ ਜਿਹਾ ਬੀਜੇਗਾ ਉਹ ਵੱਢਣਾ ਪੈਣਾ ਹੈ। ਹੁਣ ਇਹ ਹੱਥ ਪਰਮਾਤਮਾ ਨੇ ਤੈਨੂੰ ਦਿੱਤੇ, ਇਹਦੇ ਨਾਲ ਕਿਰਤ ਕਰ, ਅਤੇ ਚਾਹੇ ਚੋਰੀ ਠੱਗੀ ਕਰ। ਫਲ ਤੈਨੂੰ ਚੋਰੀ ਠੱਗੀ ਦਾ ਵੀ ਮਿਲਣਾ ਹੈ, ਅਤੇ ਫਲ ਤੈਨੂੰ ਸੱਚੀ ਸੁੱਚੀ ਕਿਰਤ ਕਰਨ ਦਾ ਵੀ ਮਿਲਣਾ ਹੈ। ਤਾਂ ਸਤਿਗੁਰੂ ਜੀ ਸਮਝਾਉਂਦੇ ਨੇ, ਉਸ ਬਿਰਲਾ ਹੀ ਕੋਈ ਪਰਮਾਤਮਾ ਦੇ ਨਾਲ, ਪਰਮਾਤਮਾ ਦੇ ਰਾਹ 'ਤੇ ਚੱਲਦਾ ਹੈ। ਕੋਈ ਬਿਰਲਾ ਹੀ ਉਸ ਪਰਮਾਤਮਾ ਦੀ ਸੰਗਤ ਕਰਦਾ ਹੈ। ਕੋਈ ਬਿਰਲਾ ਹੀ ਉਸ ਪਰਮਾਤਮਾ ਦੇ ਦਰ 'ਤੇ ਆ ਕੇ ਆਪਣਾ ਮੱਥਾ ਧਰਦਾ ਹੈ ਅਤੇ ਕਹਿੰਦਾ ਹੈ, ਸੱਚੇ ਪਾਤਸ਼ਾਹ ਮੇਰੇ ਔਗਣਾਂ ਨੂੰ ਰੱਖ, ਮੈਨੂੰ ਗੁਣ ਬਖਸ਼ ਦੇ।
ਗੁਣਵੰਤਿਆ ਗੁਣ ਦੇ, ਤੇਰੇ ਘਰਾਂ ਵਿੱਚ ਗੁਣਾਂ ਦੀ ਤੋਟ ਨਹੀਂ, ਥੋੜ ਕੋਈ ਨਹੀਂ। ਕਿਰਪਾ ਕਰਕੇ ਇਹ ਗੁਣਾਂ ਦੇ ਖਜ਼ਾਨੇ ਥੋੜ੍ਹੇ ਜਿਹੇ ਗੁਣ ਮੇਰੇ ਜੀਵਨ ਦੇ ਵਿੱਚ ਦੇ ਦੇ। ਕਿਉਂ? ਹਰ ਵਿਸਰਤ ਤੇਰੇ ਗੁਣ ਗੱਲਿਆ, ਜਦੋਂ ਦਾ ਮੈਂ ਤੈਨੂੰ ਭੁਲਾ ਦਿੱਤਾ ਮੇਰੇ ਗੁਣ ਗਲ ਗਏ ਤੇ ਦੁੱਖਾਂ ਨੇ ਡੇਰਾ ਲਾ ਲਿਆ। ਦੁੱਖ ਜਾਣ ਦਾ ਨਾਮ ਨਹੀਂ ਲੈਂਦੇ ਤੇ ਸੁੱਖਾਂ ਦੀ ਲੋੜ, ਭਾਵ ਗੁਜਰਾਨ ਚੰਗਾ ਹੁੰਦਾ ਰਹੇ। ਚੰਗਾ ਗੁਜਰਾਨ ਵੀ ਨਹੀਂ ਹੋ ਰਿਹਾ ਦਾਤਾ, ਦਰ ਦਰ ਦੇ ਮੰਗਤੇ ਵੀ ਬਣ ਗਏ ਆ, ਪਰ ਫਿਰ ਵੀ ਜੀਵਨ ਦੇ ਵਿੱਚ ਘਾਟ ਪੂਰੀ ਨਹੀਂ ਹੁੰਦੀ। ਇਹ ਤੇ ਆ ਲੋਭ ਤੇ ਸੰਤੋਖ ਦੇ ਨਾਲ ਜੋ ਮਿਲ ਗਿਆ, ਪਰਮਾਤਮਾ ਦਾ ਸ਼ੁਕਰ, ਸੱਚ ਕਰ ਜਾਣਨਾ, ਧਿਆਨ ਧਰਨਾ। ਤਾਂ ਸਤਿਗੁਰੂ ਜੀ ਸਮਝਾਉਂਦੇ ਨੇ, ਕੋਈ ਬਿਰਲਾ ਜਨ ਉਸ ਪਰਮਾਤਮਾ ਦੇ ਨਾਲ ਉਹਦੇ ਰੰਗ ਵਿੱਚ ਆਪਣੇ ਆਪ ਨੂੰ ਰੰਗਦਾ ਹੈ। ਆਪਣੇ ਆਪ ਨੂੰ ਜੋ ਰੰਗ ਦਿੰਦੇ ਨੇ, ਤੇ ਗੁਰੂ ਸਾਹਿਬ ਕਹਿੰਦੇ ਨੇ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡ ਭਾਗਾ। ਲਾਲ ਰੰਗ ਭਾਵ ਭਗਤੀ ਦਾ ਰੰਗ ਕਿਸੇ ਬਿਰਲੇ ਜਨ ਨੂੰ ਹੀ ਲੱਗਦਾ ਹੈ, ਤੇ ਉਸ ਜਨ ਨੂੰ ਕਿਹਾ ਜਾਂਦਾ ਹੈ ਵਡ ਭਾਗਾ। ਵਡ ਭਾਗਾ, ਵੱਡੇ ਭਾਗਾਂ ਵਾਲਾ। ਵੱਡੇ ਭਾਗਾਂ ਵਾਲਾ ਹੀ ਵੱਡਿਆਂ ਦੀ ਸੰਗਤ ਕਰੇਗਾ। ਵੱਡੇ ਕੌਣ ਨੇ? ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ। ਸਤਿਗੁਰੂ ਜੀ ਕਹਿੰਦੇ ਉਸ ਵੱਡੇ ਦੀਆਂ ਵਡਿਆਈਆਂ ਭਾਈ ਕਰਿਆ ਕਰੋ, ਗਾਇਆ ਕਰੋ। ਵੱਡੇ ਦੀਆਂ ਵਡਿਆਈਆਂ ਗਾਉਣ ਦੇ ਨਾਲ ਹੀ ਉਸ ਪਰਮ ਪਿਤਾ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਤਾਂ ਸਤਿਗੁਰੂ ਜੀ ਅੱਗੇ ਸਮਝਾਉਂਦੇ ਹਨ, ਪਾਵਨ ਬਾਣੀ ਦੀ ਪੰਕਤੀ ਦੇ ਵਿੱਚ ਕਹਿੰਦੇ, ਰਹਾਉ ਦਾ ਵਿਸਰਾਮ ਦੇ ਕੇ, ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਕਾਮ ਤੇ ਕਾਢੈ। ਸਤਿਗੁਰੂ ਜੀ ਕਹਿੰਦੇ, ਐ ਮਨੁੱਖ ਉਸਨ ਸੀਤ, ਸੀਤ ਤੋਂ ਭਾਵ ਠੰਡਕ, ਕਰਤਾ ਕਰੈ ਕਾਮ ਤੇ ਕਾਢੈ। ਸਤਿਗੁਰੂ ਜੀ ਕਹਿੰਦੇ ਨੇ, ਉਸਨ ਤੋਂ ਭਾਵ ਗਰਮੀ, ਸੀਤ ਤੋਂ ਭਾਵ ਠੰਡਕ, ਕਾਮ ਤੋਂ ਭਾਵ ਹੈ ਤਪਸ, ਤਪਦੇ ਰਹਿਣਾ। ਸਤਿਗੁਰੂ ਜੀ ਸਮਝਾਉਂਦੇ ਨੇ, ਭਾਈ ਪਰਮਾਤਮਾ ਆਪ ਹੀ ਵਿਕਾਰਾਂ ਦੀ ਗਰਮੀ ਤੇ ਨਾਮ ਦੀ ਠੰਡਕ ਪਰਮਾਤਮਾ ਆਪ ਹੀ ਬਣਾਉਂਦਾ ਹੈ। ਉਹ ਆਪ ਹੀ ਵਿਕਾਰਾਂ ਦੀ ਤਪਸ ਵਿੱਚੋਂ ਕੱਢਦਾ ਹੈ। ਹਰ ਬੰਦਾ ਵਿਕਾਰਾਂ ਦੀ ਤਪਸ ਦੇ ਵਿੱਚ ਹੈ, ਤਪਿਆ ਪਿਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬੰਦੇ ਦੇ ਅੰਦਰ ਇੰਨੇ ਆਪਣਾ ਪ੍ਰਭਾਵ ਪਾ ਕੇ ਬੈਠੇ ਹੋਏ ਨੇ, ਸਤ, ਸੰਤੋਖ, ਦਇਆ, ਧਰਮ, ਧੀਰਜ ਨੂੰ ਜਗ੍ਹਾ ਹੀ ਨਹੀਂ ਦੇ ਰਹੇ। ਬੰਦਾ ਤੇ ਯਤਨ ਬੜੇ ਕਰਦਾ ਹੈ, ਮੈਂ ਇਹ ਵੀ ਗਲਤ ਕੰਮ ਨਾ ਕਰਾਂ ਜਿਹਦੇ ਕਰਕੇ ਮੇਰੀ ਇੱਜ਼ਤ ਸੰਸਾਰ ਵਿੱਚ ਘਟ ਜਾਏ। ਪਰ ਇਕੱਲੇ ਸੰਸਾਰ ਵਿੱਚ ਇੱਜ਼ਤ ਦੀ ਫਿਕਰ ਨਾ ਕਰੀਏ, ਉਸ ਨਿਰੰਕਾਰ ਦੀ ਨਿਗਾਹ ਵਿੱਚ ਇੱਜ਼ਤ ਦੀ ਵੀ ਫਿਕਰ ਕਰੀਏ। ਸੰਸਾਰ ਵਿੱਚ ਇੱਜ਼ਤ ਘੱਟ ਰਹਿ ਜਾਏ ਕੋਈ ਗੱਲ ਨਹੀਂ, ਪਰ ਉਸ ਨਿਰੰਕਾਰ ਦੀ ਨਿਗਾਹ ਦੇ ਵਿੱਚ ਇੱਜ਼ਤ ਵੱਧ ਹੋਣੀ ਜ਼ਰੂਰੀ ਹੈ। ਕਿਉਂਕਿ ਆਖਰ ਪਰਤ ਕੇ ਸੰਸਾਰ ਦੇ ਵਿੱਚ ਸਦਾ ਨਹੀਂ ਰਹਿਣਾ ਤੇ ਨਿਰੰਕਾਰ ਤੱਕ ਵਾਪਸ ਪਰਤ ਕੇ ਜਾਣਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਨਿਰੰਕਾਰ ਦਾ ਜ਼ਿਆਦਾ ਧਿਆਨ ਧਰਿਆ ਕਰ। ਸੰਸਾਰ ਇੰਨਾ ਵਿਹਲਾ ਨਹੀਂ ਕਿ ਉਹ ਤੇਰੀਆਂ ਹੀ ਗੱਲਾਂ, ਤੇਰੀਆਂ ਹੀ ਬਾਤਾਂ ਕਰਦਾ ਰਹੇ। ਹਰ ਕਿਸੇ ਨੂੰ ਆਪੋ ਆਪਣੀ ਹੈ। ਫਰੀਦ ਸਾਹਿਬ ਕਹਿੰਦੇ ਨੇ, ਲੋਕਾਂ ਆਪੋ ਆਪਣੀ, ਮੈਂ ਆਪਣੀ ਭਈ ਸਭ ਨੂੰ ਇੱਥੇ ਆਪੋ ਆਪਣੀ ਪਈ ਹੈ। ਇਸ ਕਰਕੇ ਐ ਮਨੁੱਖ ਤੂੰ ਆਪਣੀ ਸੋਚ। ਇੱਥੇ ਹਰ ਕੋਈ ਆਪਣੇ ਕੀਤੇ ਦਾ ਭੋਗ ਰਿਹਾ ਤੇ ਤੈਨੂੰ ਵੀ ਆਪਣੇ ਕੀਤੇ ਦਾ ਹੀ ਫਲ ਮਿਲਣਾ, ਭੋਗਣਾ ਪੈਣਾ। ਇਸ ਕਰਕੇ ਤੂੰ ਉਸ ਪਰਮਾਤਮਾ ਦੇ ਨਾਲ ਰਹਿੰਦੇ ਸਮੇਂ ਜੁੜ, ਤਾਂ ਕਿ ਤੇਰੀ ਆਤਮਾ ਦਾ ਭਲਾ ਹੋ ਜਾਏ ਤੇ ਆਉਣ ਵਾਲਾ ਜਿਹੜਾ ਭਿਆਨਕ ਦੁੱਖ ਹੈ ਉਹ ਬਿਲਕੁਲ ਛੋਟਾ ਹੋ ਕੇ ਰਹਿ ਜਾਏ। ਦੁੱਖ ਚੜ੍ਹਨਾ ਸੂਲੀ ਹੋਵੇ ਤੇ ਸੂਲ ਵੱਜ ਕੇ ਕੱਟਿਆ ਜਾਏ, ਇਹਨੂੰ ਵੀ ਜੇ ਬੰਦਾ ਕਹੇ ਵੀ ਦੁੱਖ ਹੈ ਤੇ ਫਿਰ ਸੁਖੀ ਨਹੀਂ ਹੋ ਸਕਦਾ। ਕਿਉਂ? ਪਰਮਾਤਮਾ ਦੀਆਂ ਬੜੀਆਂ ਨਿਆਮਤਾਂ ਨੇ, ਬੜੀਆਂ ਰਹਿਮਤਾਂ ਨੇ। ਜਦੋਂ ਭਾਈ ਵਿਧੀ ਚੰਦ ਸ਼ੀਨਾ ਘੋੜੇ ਲੈਣ ਵਾਸਤੇ ਗਿਆ ਸੀ ਨਾ, ਇੱਕ ਘੋੜਾ ਤੇ ਉੱਥੋਂ ਲੈ ਆਇਆ ਸੀ, ਦੂਸਰਾ ਘੋੜਾ ਲੈਣ ਵਾਸਤੇ ਗਿਆ ਤੇ ਸੰਗਤ ਜੀ ਉਹਨਾਂ ਦੇ ਅਹਿਲਕਾਰਾਂ ਨੇ, ਕਹਿ ਲਓ ਸਿਪਾਹੀਆਂ ਨੇ ਪਿੱਛਾ ਕੀਤਾ। ਪਿੱਛਾ ਕਰਨ ਦੇ ਬਾਵਜੂਦ ਭਾਈ ਸਾਹਿਬ ਨੂੰ ਤਪਦੇ ਹੋਏ ਭੱਠ ਤੰਦੂਰ ਵਿੱਚ ਭੜਭੂੰਜੇ ਦੇ ਜੋ ਦਾਣੇ ਭੁੰਨਿਆ ਕਰਦਾ ਸੀ, ਉਹਦੇ ਨਾਲ ਭਾਈ ਸਾਹਿਬ ਦੀ ਮਿੱਤਰਤਾ ਸੀ।
ਬਾਬਾ ਬਿਧੀ ਚੰਦ ਸੀਨਾ ਜੀ ਦੀ ਉਹਦੇ ਨਾਲ ਮਿੱਤਰਤਾ ਸੀ। ਉਹਨੂੰ ਕਹਿਣ ਲੱਗਿਆ ਵੀ ਦੇਖ ਹੁਣ ਮੇਰੇ ਪਿੱਛੇ ਇਹ ਹਕੂਮਤ ਲੱਗੀ ਹੋਈ ਹੈ, ਸਿਪਾਹੀ ਲੱਗੇ ਹੋਏ ਨੇ, ਮੈਨੂੰ ਕਿਤੇ ਸੱਜਣਾ ਲੁਕੋ, ਹੋਰ ਕੋਈ ਥਾਂ ਨਹੀਂ। ਤੇ ਅੱਗੋਂ ਪੜਭੁੰਜਾ ਕਹਿਣ ਲੱਗਿਆ ਹੁਣ ਦੋ ਗੱਲਾਂ ਦਾ ਪਤਾ ਲੱਗ ਜੂ। ਇੱਕ ਤੇ ਇਹ ਪਤਾ ਲੱਗ ਜੂ ਤੇਰਾ ਗੁਰੂ ਕਿੱਡਾ ਕੁ ਸਮਰੱਥ ਹੈ, ਜਿਹਦਾ ਕਰਕੇ ਤੂੰ ਜਾਨ ਤਲੀ ਤੇ ਧਰ ਕੇ ਐਡਾ ਵੱਡਾ ਕੰਮ ਕਰ ਰਿਹਾ ਹੈ। ਦੂਸਰੀ ਗੱਲ, ਮੇਰੇ ਕੋਲ ਹੋਰ ਲੁਕਣ ਨੂੰ ਥਾਂ ਕੋਈ ਨਹੀਂ। ਇਸ ਦੇ ਤਪ ਦੇ ਭੱਠ ਵਿੱਚ ਕਿਸੇ ਨੇ ਵੇਖਣਾ ਵੀ ਨਹੀਂ, ਕਿਉਂਕਿ ਕਿਸੇ ਨੂੰ ਸ਼ੱਕ ਨਹੀਂ ਹੋਣਾ ਵੀ ਅੱਗ ਦੇ ਵਿੱਚ ਕੌਣ ਵੜੇਗਾ। ਸੰਗਤ ਜੀ, ਜਦੋਂ ਇਸ ਤਰ੍ਹਾਂ ਦੀ ਗੱਲ ਉਸ ਪੜਭੁੰਜੇ ਨੇ ਕਹੀ ਤੇ ਭਾਈ ਬਿਧੀ ਚੰਦ ਸੀਨੇ ਨੇ ਆਪਣੇ ਸਰੀਰ ਦੇ ਤਨ ਦੇ ਕੱਪੜੇ ਉਤਾਰ ਕੇ ਉਸ ਭੱਠ ਦੇ ਵਿੱਚ ਬਲਦੀ ਹੋਈ ਅੱਗ ਪੂਰੀ ਕੋਲਿਆਂ ਦੇ ਵਿੱਚ ਉਸ ਪਰਮ ਪਿਤਾ ਪਰਮਾਤਮਾ ਛੇਵੇਂ ਪਾਤਸ਼ਾਹ ਹਰਗੋਬਿੰਦ ਦੇ ਚਰਨਾਂ ਦਾ ਧਿਆਨ ਧਰ ਕੇ ਉਸ ਭੱਠ ਦੇ ਵਿੱਚ ਬੈਠ ਗਿਆ। ਤੇ ਉੱਤੋਂ ਪੜਭੁੰਜੇ ਨੇ ਬੰਦ ਕਰ ਦਿੱਤਾ ਵੀ ਕੋਈ ਇਹ ਵੀ ਨਾ ਵੇਖੇ ਵੀ ਇਹਦੇ ਵਿੱਚ ਕੋਈ ਬੈਠਿਆ। ਹੁਣ ਪੜਭੁੰਜਾ ਦੋ ਗੱਲਾਂ ਸੋਚ ਰਿਹਾ ਵੀ ਇੱਕ ਤੇ ਮਨਾ ਪਾਪ ਕਰੇਗਾ, ਇਸ ਭੱਠ ਦੇ ਵਿੱਚ ਮੱਚਦੇ ਹੋਏ ਵਿੱਚ ਉਹਨੂੰ ਬਹਾ ਦਿੱਤਾ, ਇੰਨਾ ਸੇਕ ਕਿਵੇਂ ਝੱਲੇਗਾ। ਪਰ ਦੂਸਰੇ ਪਾਸੇ ਪੜਭੁੰਜੇ ਦੇ ਮਨ ਵਿੱਚ ਖਿਆਲ ਇਹ ਪੈਦਾ ਹੋ ਜਾਂਦਾ ਵੀ ਜਿਹੜੇ ਗੁਰੂ ਖਾਤਰ ਇਹ ਆਪਣਾ ਪਿਛਲਾ ਜੀਵਨ ਬਦਲ ਦਿੰਦਾ, ਚੋਰੀਆਂ ਚਕਾਰੀਆਂ ਛੱਡ ਕੇ ਸਿੱਧੇ ਰਾਹ ਲੱਗ ਗਿਆ, ਕੋਈ ਸਮਰੱਥਾ ਵਾਲਾ ਹੋਵੇਗਾ, ਪਤਾ ਲੱਗ ਜੂ ਅੱਜ ਗੁਰੂ ਦੀ ਤਾਕਤ ਦਾ ਵੀ। ਤੇ ਭੱਠ ਦੇ ਵਿੱਚ ਬੈਠਿਆ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਦਾ ਜਾਪ ਕਰ ਰਿਹਾ, ਧਿਆਨ ਧਰ ਰਿਹਾ ਛੇਵੇਂ ਪਾਤਸ਼ਾਹ ਦੇ ਚਰਨਾਂ ਦਾ। ਤੇ ਦੂਸਰੇ ਪਾਸੇ ਛੇਵੇਂ ਪਾਤਸ਼ਾਹ ਆਪਣੇ ਸਿੱਖਾਂ ਨੂੰ ਕਹਿ ਰਹੇ ਨੇ, ਸਿੱਖੋ ਜਲਦੀ ਤੋਂ ਜਲਦੀ ਮੇਰੇ ਉੱਪਰ ਪਾਣੀ ਇੰਨਾ ਵਹਾਓ ਕਿ ਮੇਰੀ ਤਪਸ ਠੰਡੀ ਹੋ ਜਾਏ। ਮੇਰੀ ਤਪਸ ਨਹੀਂ। ਸਿੱਖਾਂ ਨੇ ਪੁੱਛਿਆ ਸਤਿਗੁਰੂ ਜੀ ਇਹ ਤੁਹਾਡੀ ਤਪਸ ਕਿਵੇਂ? ਕਹਿਣ ਲੱਗੇ ਭਾਈ ਮੇਰਾ ਸਿੱਖ ਇਸ ਟਾਈਮ ਤਪਦੇ ਹੋਏ ਭੱਠ ਵਿੱਚ ਬੈਠਿਆ, ਉਹਨੂੰ ਰੱਤਾ ਭਰ ਵੀ ਸੇਕ ਨਾ ਲੱਗੇ, ਇਸ ਕਰਕੇ ਤੁਸੀਂ ਪਾਣੀ ਮੇਰੇ ਤੇ ਪਾਉਂਦੇ ਰਹੋ। ਪਾਣੀ ਅਕਾਲ ਤਖਤ ਗੁਰੂ ਕੇ ਸਰੀਰ ਉੱਤੇ ਪੈਂਦਾ ਰਿਹਾ ਤੇ ਭਾਈ ਬਿਧੀ ਚੰਦ ਸੀਨਾ ਜਿਉਂਦਾ ਤਿਉਂ ਉਸ ਭੱਖ ਦੇ ਭੱਠ ਵਿੱਚੋਂ ਨਿਕਲ ਆਇਆ। ਆਖੋ ਸਤਨਾਮ ਸ੍ਰੀ ਗੁਰੂ ਸਾਹਿਬ ਦੀ ਬੜੀ ਤਾਕਤ ਹੈ। ਜੇ ਕੋਈ ਗੁਰੂ ਸਾਹਿਬ ਦੇ ਦਰ ਤੇ ਨਿਮਾਣਾ ਹੋ ਕੇ ਸ਼ਰਧਾ ਦੇ ਨਾਲ ਢੁਕੇ ਝੁਕੇ ਤੇ ਗੁਰੂ ਫਿਰ ਸ਼ਰਨ ਆਏ ਦੀ ਲਾਜ ਜ਼ਰੂਰ ਰੱਖਦਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਨੇ ਜਿਨ ਇਹ ਰਚਨ ਰਚਾਇਆ ਕੋ ਤਿਸਿਓ ਰੰਗ ਲਾਵੇ। ਕੋਈ ਬਿਰਲਾ ਹੀ ਉਸ ਪਰਮਾਤਮਾ ਦੇ ਨਾਲ ਆਪਣੇ ਮਨ ਨੂੰ ਰੰਗਦਾ ਹੈ। ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਘਾਮ ਤੇ ਕੱਢੈ। ਉਹ ਪਰਮਾਤਮਾ ਵਿਕਾਰਾਂ ਦੀ ਘਾਮ ਗਰਮਾਇਸ਼ ਹੈ ਜਿਹੜੀ ਉਸ ਦੇ ਵਿੱਚੋਂ ਵੀ ਆਪੇ ਕੱਢਦਾ ਹੈ। ਕੀਰੀ ਤੇ ਹਸਤੀ ਕਰੈ ਟੂਟਾ ਲੈ ਗਾਢੈ। ਉਹ ਪਰਮਾਤਮਾ ਐਸੀ ਤਾਕਤ ਦਾ ਮਾਲਕ ਹੈ, ਕੀੜੀ ਤੋਂ ਹਾਥੀ ਬਣਾ ਦਿੰਦਾ ਹੈ। ਕੀੜੀ ਨਜ਼ਰ ਨਹੀਂ ਆਉਂਦੀ, ਹਾਥੀ ਨਜ਼ਰ ਆ ਜਾਂਦਾ ਹੈ। ਇਸ ਤਰ੍ਹਾਂ ਜਿਹੜੇ ਬੰਦੇ ਨੂੰ ਕੋਈ ਨਹੀਂ ਪੁੱਛਦਾ, ਸੰਸਾਰ ਵਿੱਚ ਕੋਈ ਇੱਜ਼ਤ ਨਹੀਂ ਦਿੰਦਾ, ਕੋਈ ਸਤਿਕਾਰ ਨਹੀਂ ਦਿੰਦਾ, ਉਹਨੂੰ ਗੁਰੂ ਪਰਮਾਤਮਾ ਫਰਸ਼ ਤੋਂ ਅਰਸ਼ ਤੇ ਲੈ ਜਾਂਦਾ ਹੈ। ਤੇ ਕਈ ਹੰਕਾਰੀ ਹੋ ਜਾਣ ਉਹਨਾਂ ਨੂੰ ਫਿਰ ਅਰਸ਼ ਤੋਂ ਫਰਸ਼ ਤੇ ਵੀ ਲੈ ਆਉਂਦਾ ਹੈ। ਦੇਰ ਨਹੀਂ ਲੱਗਦੀ। ਊਚੋਂ ਨੀਚ ਨੀਚੋਂ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਜੇ ਉਹ ਆਪਣੇ ਰੰਗਾਂ ਵਿੱਚ ਆਇਆ ਉਹ ਕਿਸੇ ਦਾ ਡਰ ਨਹੀਂ ਰੱਖਦਾ ਤੇ ਫਿਰ ਉਹ ਸ਼ਰਧਾ ਨੂੰ ਫੁੱਲ ਲਾ ਦਿੰਦਾ ਹੈ। ਸ਼ਰਧਾਵਾਨਾਂ ਨੂੰ ਸਭ ਤਰੱਕੀਆਂ ਬਖਸ਼ ਕੇ ਨਦਰੀ ਨਦਰ ਨਿਹਾਲ ਕਰ ਦਿੰਦਾ ਹੈ। ਤਾਂ ਸਤਿਗੁਰੂ ਜੀ ਅੱਗੇ ਸਮਝਾਉਂਦੇ ਨੇ, ਹਮ ਤੇ ਅੰਡਜ ਜੇ ਰਜ ਸੇਤਜ ਉਤਪੁਜਾ ਪ੍ਰਭ ਕੀ ਇਹ ਕਿਰਤ। ਸਤਿਗੁਰੂ ਜੀ ਸਮਝਾਉਂਦੇ ਆ ਅੰਡਿਆਂ ਤੋਂ ਪੈਦਾ ਹੋਣ ਵਾਲੇ ਪਰਮਾਤਮਾ ਦੀ ਫਸਲ ਕੀ ਆ? 84 ਲੱਖ ਜੂਨ। ਅੰਡਿਆਂ ਤੋਂ ਪੈਦਾ ਹੋਣ ਵਾਲੇ ਬਹੁਤ ਸਾਰੇ ਜੀਵ ਜੰਤੂ, ਜੇਰਜ ਜੇਰ ਤੋਂ ਪੈਦਾ ਹੋਣ ਵਾਲੇ ਮਨੁੱਖ ਪਸ਼ੂ, ਸੇਤਜ ਪਸੀਨੇ ਨੂੰ ਕਹਿੰਦੇ ਨੇ, ਚਿੱਚੜ ਜੂਆਂ ਇਤਿਆਦਿਕ ਬਹੁਤ ਸਾਰੀਆਂ ਚੀਜ਼ਾਂ ਪਸੀਨੇ ਤੋਂ ਪੈਦਾ ਹੁੰਦੀਆਂ ਨੇ। ਉਤਭੁਜਾ ਭਾਵ ਧਰਤੀ ਨੂੰ ਪਾੜ ਕੇ ਨਿਕਲਣ ਵਾਲੀ ਸਾਰੀ ਬਨਸਪਤੀ, ਇਹ ਪਰਮਾਤਮਾ ਦੀ ਕਿਰਤ ਹੈ। ਇਸ ਕਿਰਤ ਦੇ ਵਿੱਚ ਬਹੁਤੇ ਜੰਮਦੇ ਹੈ ਤੇ ਬਹੁਤੇ ਮਿਟਦੇ ਨੇ। ਹਜ਼ਾਰਾਂ ਜੰਮਦੇ ਨੇ, ਹਜ਼ਾਰਾਂ ਮਿਟਦੇ ਹੈ। ਤਾਂ ਸਤਿਗੁਰੂ ਜੀ ਕਹਿੰਦੇ ਇਹੋ ਹੀ ਉਸ ਪਰਮਾਤਮਾ ਦੀ ਕਿਰਤ, ਇਹੋ ਹੀ ਉਹਦਾ ਕੰਮ ਹੈ। ਰੋਜ਼ ਇਹਨਾਂ ਚਾਰਾਂ ਖਾਣੀਆਂ ਦੇ ਰਾਹੀਂ ਹਜ਼ਾਰਾਂ ਨੂੰ ਸੰਸਾਰ ਤੇ ਭੇਜਦਾ ਹੈ ਤੇ ਹਜ਼ਾਰਾਂ ਨੂੰ ਵਾਪਸ ਸੱਦ ਲੈਂਦਾ ਹੈ। ਘੱਲੇ ਆਵੈ ਨਾਨਕਾ ਸੱਦੇ ਉਠੀ,
ਜਾਹੇ ਉਹਦੀ ਕਿਰਤ ਹੈ, ਉਹਦੀ ਕਮਾਈ ਹੈ, ਆਪੇ ਕਰ ਰਿਹਾ। ਕੱਚੀ ਪੱਕੀ ਉਹ ਨਹੀਂ ਵੇਖਦਾ, ਕਿਹੜੀ ਵੱਢਣ ਵਾਲੀ ਹੈ ਤੇ ਕਿਹੜੀ ਨਹੀਂ ਵੱਢਣ ਵਾਲੀ। ਜਿਹਦਾ ਸਮਾਂ ਪੂਰਾ ਹੋ ਗਿਆ ਉਸੇ ਨੂੰ ਆਪਣੇ ਕੋਲ ਸੱਦ ਲੈਂਦਾ ਹੈ। ਸੱਦੜੇ ਨਿਤ ਪਵਨ, ਸਤਿਗੁਰਾਂ ਨੇ ਲਿਖ ਕੇ ਦੇ ਦਿੱਤਾ ਗੁਰਬਾਣੀ ਦੇ ਵਿੱਚ, ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਇੱਕ ਦਿਨ ਦਿਨ ਆਉਣਾ ਹਰੇਕ ਤੇ, ਪਰ ਇਸ ਕਰਕੇ ਜਿਸ ਪਰਮਾਤਮਾ ਨੇ ਸਾਨੂੰ ਸੱਦਣਾ ਨਾ, ਬੁਲਾਉਣਾ, ਫੇਰ ਉਸ ਪਰਮਾਤਮਾ ਨੂੰ ਸਿਮਰ। ਸੱਦੇਗਾ ਜ਼ਰੂਰ, ਇਹ ਨਹੀਂ ਵੀ ਤੂੰ ਸਦਾ ਇੱਥੇ ਰਹਿਣਾ, ਪਰ ਉਸ ਨੂੰ ਸਿਮਰ ਤਾਂ ਕਿ ਤੈਨੂੰ ਜਾਣਾ ਸੌਖਾ ਹੋ ਜਾਏ ਤੇ ਤੈਨੂੰ ਫਿਰ ਦੁੱਖਾਂ ਦੇ ਵਿੱਚ ਨਾ ਪੈਣਾ ਪਏ ਤੇ ਪਰਮਾਤਮਾ ਨੂੰ ਵਡਿਆਈ ਬਖਸ਼ਣੀ ਪੈ ਜਾਏ। ਤੇਰੇ ਲੋਕ ਤੇ ਪਰਲੋਕ ਦੀ ਸੋਭਾ ਜਿਹੜੀ ਜਗਤ ਦੇ ਵਿੱਚ ਖਿਲਾਰ ਦੇਵੇ, ਲੋਕ ਵਿੱਚ ਖੁਸ਼ੀਆਂ ਪਰਲੋਕ ਵਿੱਚ ਢੋਈ ਮਿਲ ਜਾਏ, ਇਸ ਤਰ੍ਹਾਂ ਦਾ ਜੀਵਨ ਜਿਉ। ਤਾਂ ਸਤਿਗੁਰੂ ਜੀ ਅੱਗੇ ਸਮਝਾਉਂਦੇ ਨੇ, ਕਿਰਤ ਕਮਾਵਨ ਸਰਬ ਫਲ ਰਵੀਐ ਹਰ ਨਿਰਤ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉਹ ਪਰਮਾਤਮਾ, ਉਸ ਪਰਮਾਤਮਾ ਦਾ ਨਾਮ ਇਹ ਰਚਨਾ ਤੋਂ ਨਿਰਮੋਹ ਰਹਿ ਕੇ ਸਿਮਰਨਾ ਚਾਹੀਦਾ। ਇਹ ਕਮਾਈ ਕਰਨ ਨਾਲ ਜੀਵਨ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹੈ। ਅੰਤਿਮ ਪੰਕਤੀਆਂ ਵਿੱਚ ਸਤਿਗੁਰੂ ਜੀ ਸਮਝਾਉਂਦੇ ਆ, ਹਮ ਤੇ ਕਛੂ ਨਾ ਹੋਵਨਾ ਸਰਣ ਪ੍ਰਭ ਸਾਧ। ਹੇ ਗੁਰੂ, ਹੇ ਪਰਮਾਤਮਾ, ਸਾਧ ਦੇ ਅਰਥ ਨੇ ਜੀ ਗੁਰੂ। ਇਹ ਗੁਰੂ ਸਤਿਗੁਰੂ ਜੀ ਕਿਰਪਾ ਕਰੋ, ਸਾਡੇ ਤੋਂ ਕੁਛ ਨਹੀਂ ਹੋ ਸਕਦਾ, ਅਸੀਂ ਆਪਣੀ ਮਰਜ਼ੀ ਦੇ ਇਖਤਿਆਰ ਨਹੀਂ। ਕਿਰਪਾ ਕਰੋ, ਹਮ ਤੇ ਕਛੂ ਨਾ ਹੋਵਨਾ ਸਰਣ ਪ੍ਰਭ ਸਾਧ। ਅਸੀਂ ਤੇ ਗੁਰੂ ਜੀ ਤੁਹਾਡੀ ਸ਼ਰਨ ਵਿੱਚ ਆਏ ਹਾਂ। ਹੁਣ ਜੀ ਆਏ ਭਾਵੈ ਮਾਰ, ਜਦੋਂ ਮੈਂ ਤੇਰੀ ਸ਼ਰਨ ਵਿੱਚ ਆ ਗਿਆ, ਹੁਣ ਭਾਵੇਂ ਜਿਉਂਦਿਆਂ 'ਚ ਰੱਖ ਤੇ ਭਾਵੇਂ ਮਾਰ। ਮੇਰੀ ਤੇ ਅਰਦਾਸ, ਮੇਰੀ ਤੇ ਜੋਦੜੀ ਹੀ ਤੇਰੇ ਅੱਗੇ ਹੈ। ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸੁਆਮੀ, ਮੈਂ ਤੁਧੇ ਆਗੇ ਅਰਦਾਸ। ਮੈਂ ਹੋਰ ਥਾਓ ਨਾਹੀ, ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸਰਣਾਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕ ਕੈ ਪ੍ਰਭ ਸਾਥ। ਹੁਣ ਤੇ ਤੇਰਾ ਭਰੋਸਾ ਹੈ, ਤੇਰੀ ਸ਼ਰਨ ਵਿੱਚ ਆਇਆ ਤੇ ਕਿਰਪਾ ਕਰੀ ਦਾਤਿਆ। ਮੈਂ ਸੁਣਿਆ ਸ਼ਰਨਾਗਤ ਨੂੰ ਕਦੇ ਤੂੰ ਨਕਾਰਿਆ ਨਹੀਂ, ਸ਼ਰਨ ਆਏ ਦੀ ਸਦਾ ਸੁਣਦਾ। ਸ਼ਰਨ ਪਰੇ ਕੀ ਰਾਖੋ ਸ਼ਰਮਾ, ਸ਼ਰਨ ਪਏ ਦੀ ਹੁਣ ਤੁਸੀਂ ਰੱਖਣੀ ਹੈ, ਮੈਂ ਤੇਰੀ ਸ਼ਰਨ ਵਿੱਚ ਆ ਗਿਆ। ਕਿਰਪਾ ਕਰ ਮੋਹ ਮਗਨ ਕੂਪ ਅੰਧ ਤੇ, ਨਾਨਕ ਗੁਰ ਕਾਢ। ਮੋਹ ਮਗਨ ਅੰਧ ਕੂਪ ਅੰਧ ਤੇ, ਨਾਨਕ ਗੁਰ ਕਾਢ। ਅੰਤਿਮ ਪੰਕਤੀ ਵਿੱਚ ਸਤਿਗੁਰੂ ਜੀ ਕਹਿੰਦੇ, ਭਾਈ ਸਭ ਤੋਂ ਭਿਆਨਕ ਇਸ ਸੰਸਾਰ ਵਿੱਚ ਹੈ ਮੋਹ। ਮੋਹ ਦੇ ਵਿੱਚ ਮਗਨ ਮਸਤ ਰਹਿਣਾ। ਕੂਪ ਅੰਧ, ਇਹ ਫਿਰ ਇੱਕ ਅੰਧਾ ਕੂਆ ਹੈ। ਇਹਦੇ ਵਿੱਚ ਮਨੁੱਖ ਆਪੇ ਗੀੜੇ ਖਾਂਦਾ ਹੈ, ਆਪੇ ਘੁੰਮਦਾ ਰਹਿੰਦਾ ਹੈ। ਮੋਹ ਦਾ ਵਧਿਆ ਹੀ ਫਿਰ ਅੰਡਜ ਜੇਰਜ ਸੇਤਜ ਉਤਭੁਜ ਚਾਰ ਖਾਣੀਆਂ ਦੇ ਵਿੱਚ ਭ੍ਰਮਣ ਕਰਦਾ ਹੈ, ਜੂਨਾਂ ਦੇ ਵਿੱਚ ਪੈ ਜਾਂਦਾ, 84 ਲੱਖ ਜੂਨ ਭੋਗਦਾ ਹੈ। ਤਾਂ ਸਤਿਗੁਰੂ ਜੀ ਸਮਝਾਉਂਦੇ ਨੇ, ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਨਾਨਕ ਗੁਰ ਕਾਢ। ਕਿਰਪਾ ਕਰ, ਮੈਂ ਸੁਣਿਆ ਸੱਚੇ ਪਾਤਸ਼ਾਹ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਸਭ ਦੀ ਰੱਖਦਾ, ਮੇਰੀ ਵੀ ਰੱਖੀ ਦਾਤਿਆ। ਮੈਂ ਤੇਰੇ ਦਰ ਦਾ ਦਾਸ ਹਾਂ। ਕਿਤੇ ਜੀਵਨ ਵਿੱਚ ਜਾਣੇ ਅਣਜਾਣੇ ਕੋਈ ਪਾਪ ਪੁੰਨਾਂ ਦੇ ਬੀਜ ਬੈਠਾ ਹਾਂ, ਕੋਈ ਗੁਨਾਹਾਂ ਦੇ ਬੀਜ ਬੈਠਾ ਹਾਂ। ਮੈਂ ਤੈਨੂੰ ਭੁਲਾ ਛੱਡਿਆ ਸੀ, ਪਰ ਦਾਤਾ ਅੱਜ ਦੁੱਖਾਂ ਨੇ ਜਦੋਂ ਘੇਰਾ ਪਾਇਆ ਤੇ ਅਚਾਨਕ ਤੇਰੀ ਯਾਦ ਆਈ। ਤੇ ਹੁਣ ਯਾਦ ਜੇ ਆਈ ਹੈ ਤੇ ਸਦਾ ਤੇਰੀ ਯਾਦ ਮੇਰੇ ਹਿਰਦੇ ਵਿੱਚ ਵਸ ਜਾਏ ਤੇ ਮੈਂ ਆਪ ਜੀ ਦੇ ਚਰਨਾਂ ਦੇ ਨਾਲ ਸਦਾ ਜੁੜਿਆ ਰਵਾਂ। ਆਪ ਜੀ ਦੇ ਗੁਣ ਗਾਵਾਂ, ਬਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ।
ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਬਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਸੰਗਤ ਅਤੇ ਗੁਰੂ, ਗੁਰੂ ਅਤੇ ਸੰਗਤ ਬਖਸ਼ਣ ਜੋਗ। ਸਮੂਹ ਸੰਗਤ ਲਵਾਓ ਹਾਜ਼ਰੀ, ਆਨੰਦ ਸਾਹਿਬ ਦੇ ਜਾਪ ਕਰੀਏ ਤੇ ਅਰਦਾਸ ਬੇਨਤੀ। ਸਤਿਨਾਮ